ਕਿਉਂਕਿ ਸਰਗੋਦੇ ਦੇ ਉੱਜਲ ਸਿੰਘ ਸੀਗੇ, ਖੁਸ਼ਵੰਤ ਸਿੰਘ ਦੇ ਬਾਪ ਚਾਚਾ ਜੀ ਜਿਹੜੇ, ਤੇ ਉਹਨਾਂ ਨੇ ਉੱਥੇ ਮਾਲਟੇ ਦੀ ਜਿਹੜੀ ਹੈ ਬਾਗਬਾਨੀ ਉਹ ਕਾਫੀ ਇੰਟਰੋਡਿਊਸ ਕਰਾਈ, ਸਭ ਤੋਂ ਵੱਧ ਸਕਸੈਸਫੁਲ ਸਰਗੋਦੇ 'ਚ ਅੱਜ ਵੀ ਉਹ ਮਤਲਬ ਮਾਲਟੇ ਦੀ ਜਿਹੜੀ ਬਾਗਬਾਨੀ ਹੈ, ਮਿੱਠੇ ਮਾਲਟੇ ਦੀ। ਇਹ ਤੁਸੀਂ ਸਾਨੂੰ ਇਹ ਦੱਸੋ ਵੀ ਇੱਥੇ ਪੰਜਾਬ ਦੇ ਵਿੱਚ ਬਾਗਬਾਨੀ ਬਹੁਤ ਹੀ ਨਿਗੂਣੀ ਰਹਿ ਗਈ। ਅੰਮ੍ਰਿਤਸਰ ਵੀ ਬਾਗਾਂ ਦਾ ਸ਼ਹਿਰ ਸੀਗਾ। ਨਹੀਂ ਦੇਖੋ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਹਾਂਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ। ਤੁਹਾਡੀ ਮੈਂ ਗੱਲ ਨੂੰ ਸਮਝ ਕੀਤਾ। ਐਕਚੁਅਲੀ ਕਲਾਈਮੇਟ ਜਿਹੜਾ ਨਾ ਵੱਖਰੀ ਵੱਖਰੀ ਮਿੱਟੀ ਜਿਹੜੀ ਹੈ ਨਾ, ਹਾਂਜੀ ਮੈਨੂੰ ਆਹ ਵੀ ਯਾਦ ਹੈ, ਸਾਡਾ ਵੀ ਬਾਗ ਹੁੰਦਾ ਸੀ, ਮੈਂ ਬਹੁਤ ਛੋਟਾ ਉਦੋਂ, ਹਾਂਜੀ ਸਾਡੇ ਕੋਲ ਵੀ ਮਾਲਟਿਆਂ ਦੇ ਬਾਗ ਸੀ। ਸਾਡੇ ਇਕੱਲਿਆਂ ਦਾ ਨਹੀਂ, ਕਿੱਥੇ? ਸਰਗੋਦੇ। ਸਰਗੋਦੇ ਉਹ ਲੋਕਾਂ ਨੇ ਮਾਲਟਿਆਂ ਦੇ ਬਾਗ ਸੀ, ਸੰਤਰਿਆਂ ਦੇ ਬਾਗ ਨਹੀਂ ਸਨ ਹੈਗੇ। ਹਾਂਜੀ ਹੁਣ ਮੈਂ ਵੇਖ ਕੇ ਆਇਆ ਉੱਥੇ ਆਪਣੇ ਪਿੰਡ 'ਚ ਉਸੇ ਜੀ, ਹਾਂਜੀ ਤੇ ਮੈਂ ਇੱਧਰ ਵੇਖਣ ਡਿਆ ਵੀ ਮਾਲਟੇ ਕਿੱਥੇ ਬਾਗ। ਅੱਛਾ, ਤੇ ਹੁਣ ਉੱਥੇ ਕਿੰਨੋ ਹੀ ਕਿੰਨੋ ਆ, ਕਿੰਨੋ ਹੀ ਕਿੰਨੋ ਆ। ਹੁਣ ਤੁਸੀਂ ਇੱਧਰ ਜਾਓ ਨਾ ਆਪਣਾ ਫਾਜ਼ਿਲਕਾ, ਅਬੋਹਰ, ਤੇ ਤੁਸੀਂ ਕਿੰਨੋ ਦੇ ਬਾਗ ਤੁਸੀਂ ਫਿਰੋਜ਼ਪੁਰ ਲੰਘਦੇ ਸ਼ੁਰੂ ਹੋ ਸਾਰਾ ਜਾਂਦੇ। ਕੁਝ। ਹਾਂਜੀ, ਇਹ ਮਿੱਟੀ ਦੀ ਗੱਲ ਹੈ, ਤੇ ਇੱਧਰ ਆਪਣੇ ਨਹੀਂ, ਆਪਣੇ ਨਾਖਾ ਹੈ। ਨਹੀਂ ਪਰ ਇੱਥੇ ਵੀ ਜਿਵੇਂ ਹੁਣ ਅਟਾਰੀ 'ਚ ਰੈੱਡ ਬਲੱਡ ਮਾਲਟਾ ਅਜੇ ਵੀ ਸਰਵਾਈਵ ਕਰ ਰਿਹਾ ਪਿਛਲੇ 80 ਸਾਲਾਂ ਤੋਂ। ਤੇ ਇਹ ਮਾਲਟਾ ਹਰੀ ਸਿੰਘ ਨਲਵਾ ਦੇ ਜਿਹੜੇ ਨਾਲ ਜਨਰਲ ਗਾਰਡਨਰ ਸੀਗੇ ਤੇ ਫਰੈਂਚ ਜਿਹੜੇ ਜਨਰਲ ਸੀ, ਉਹਨਾਂ ਨੇ ਮਾਲਟਾ ਟਾਪੂ ਤੋਂ ਲਿਆ ਕੇ ਇੱਥੇ ਇੰਟਰੋਡਿਊਸ ਕਰਾਇਆ। ਵਜ਼ੀਰਾਬਾਦ ਬਾਰੇ ਉਹ ਅੰਗਰੇਜ਼ ਟਰੈਵਲਰ ਲਿਖਦੇ ਆ ਵੀ ਵਜ਼ੀਰਾਬਾਦ ਮਾਲਟਿਆਂ ਨਾਲ ਭਰਿਆ ਹੋਇਆ ਮਤਲਬ ਸ਼ਹਿਰ ਸੀਗਾ। ਤੇ ਉਹ ਕੁਆਲਿਟੀ ਜਿਹੜੀ ਬਾਗਬਾਨੀ ਆ ਇੱਥੇ ਮਤਲਬ ਜਿਵੇਂ ਖਾਲਸਾ ਕਾਲਜ 'ਚ ਵੀ ਸਾਰਾ ਕੁਝ, ਇਹ ਕਿਵੇਂ ਹੋਇਆ ਵੀ 80 ਸਾਲ ਪੁਰਾਣੀ ਇੱਥੇ ਮਾਲਟਾ ਦੀ ਨਰਸਰੀ ਅਟਾਰੀ 'ਚ ਹੋਵੇ ਪੂਰੇ ਮੁਲਕ ਦੇ ਵਿੱਚ। ਤੇ ਜਿਵੇਂ ਕਿ ਹਿੰਦੁਸਤਾਨ ਟਾਈਮ 'ਚ ਖਬਰ ਵੀ ਆਈ ਵੀ ਬਾਦਲ ਸਾਹਿਬ ਦੇ ਘਰ ਉੱਥੋਂ ਦਾ ਰੈੱਡ ਬਲੱਡ ਮਾਲਟਾ ਜਾਂਦਾ। ਤੇ ਪੰਜਾਬ 'ਚ ਕਿੰਨੂ ਵੀ ਤੇ ਅਮਰੀਕਾ ਤੋਂ ਆਇਆ ਜਿਸ ਬੰਦੇ ਨੇ ਬਣਾਇਆ ਕਿੰਨੂ। ਉਹ ਜਿਹੜਾ ਪੰਜਾਬ ਦਾ ਫਾਰਮਰ ਹੈ ਨਾ, ਹਾਂਜੀ, ਇਹ ਜਿਹੜੇ ਇਕੋਨੋਮਿਸਟ ਆ ਨਾ, ਉਹਨਾਂ ਨੂੰ ਜ਼ਿਆਦਾ ਤੇਜ਼ ਹੈ, ਉਹਨੂੰ ਸਮਝਾਉਣ ਦੀ ਲੋੜ ਨਹੀਂ ਹੈ। ਹਾਂਜੀ, ਉਹਨੂੰ ਪਤਾ ਹੈ ਵੀ ਇਹਦੀ ਯੀਲਡ ਜ਼ਿਆਦਾ ਹੈ, ਇਹ ਚੀਜ਼ ਜਿਹੜੀ ਹੋ ਸਕਦੀ ਹੈ, ਇਹ ਯੀਲਡ ਦੀ ਜਿਹੜੀ ਆ ਉਹ ਕਾਮਯਾਬ ਹੈ। ਜੇ ਮਾਲਟਾ ਇਕਨੋਮਿਕਲੀ ਕਾਮਯਾਬ ਹੁੰਦਾ ਨਾ, ਤੇ ਉਹਨਾਂ ਨੇ ਕਿਸੇ ਨੂੰ ਪੁੱਛਣਾ ਹੀ ਨਹੀਂ ਸੀ। ਮੈਂ ਤੁਹਾਨੂੰ ਹੋਰ ਦੱਸਣਾ ਇੱਕ ਐਗਜ਼ਾਮਪਲ, ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਾਮਯਾਬ ਹੈਗਾ ਆ ਸੂਰਜਮੁਖੀ। ਹਾਂਜੀ, ਅੱਜ ਤੋਂ ਕੋਈ 20 ਸਾਲ ਪਹਿਲਾਂ ਸੂਰਜਮੁਖੀ ਲੱਭਦਾ ਹੁੰਦਾ ਸੀ। ਉਹਦੀ ਕੀਮਤ ਇੱਕਦਮ ਇੰਨੀ ਡਾਊਨ ਆ ਗਈ ਸੀ ਵੀ ਲੋਕਾਂ ਕੋਲ ਵਿਕਿਆ ਨਹੀਂ ਸੀ, ਲੋਕੀ ਰੁਲ ਗਏ ਜਿੰਨਾ ਵਿਕਿਆ। ਇਹਦੇ ਮਗਰ ਜਿਹੜਾ ਵੱਡਾ ਕਾਰਨ ਹੈ ਨਾ, ਉਹ ਇਹ ਆ ਜਿਹੜੀ ਚੀਜ਼ ਵਿਕਦੀ ਨਹੀਂ ਨਾ, ਉਹ ਜਿੰਨੀ ਮਰਜ਼ੀ ਪ੍ਰੋਡਿਊਸ ਹੋ ਜਾਏ। ਮਾਲਟਾ ਜਿਹੜਾ ਇਹ ਤੇ ਪ੍ਰੋਡਿਊਸ ਹੀ ਘੱਟ ਹੁੰਦਾ ਨਾ ਇਹਦੇ। ਪਰ ਮਾਲਟਾ ਤਾਂ ਇਸ ਵੇਲੇ ਬਾਹਰੋਂ ਮਿੱਠਾ ਆਸਟ੍ਰੇਲੀਆ ਤੋਂ ਆ ਰਿਹਾ ਹੈ। ਤੁਸੀਂ ਮਾਲਟੇ ਦੀ ਗੱਲ ਛੱਡੋ, ਇੱਕ ਫਲ ਹੁੰਦਾ ਸੀ ਉਹਨੂੰ ਮਿੱਠਾ ਆਉਂਦੇ ਨੇ। ਹਾਂਜੀ, ਮਿੱਠਾ। ਅੱਜ ਕੱਲ੍ਹ ਇੱਕ ਬੂਟੇ, ਸਿੰਗਲ ਬੂਟਾ ਸਾਰੇ ਪੰਜਾਬ 'ਚ ਨਹੀਂ ਹੈਗਾ। ਕਿਸੇ ਵੇਲੇ ਸਾਡੇ ਰਿਸ਼ਤੇਦਾਰਾਂ ਦਾ ਕਿੱਲੇ 1.5 ਕਿੱਲੇ ਦੇ ਬਾਗ ਹੁੰਦੇ ਅਟਾਰੀ, ਰਾਣਗੜ੍ਹ ਏਰੀਆ, ਦਰਾਵੀ ਦੇ ਕੰਢੇ, ਰਾਣਗੜ੍ਹ ਦਾ ਜਿਹੜਾ ਇਲਾਕਾ, ਰਾਣਗੜ੍ਹ ਦਾ ਅਸੀਂ ਜਾਂਦੇ ਹੁੰਦੇ ਹਾਂ। ਤੇ ਮੇਰੀ ਮਾਸੀ ਹੋਣਾ ਦਾ ਏਕੜ ਤੋਂ ਵੀ ਜ਼ਿਆਦਾ ਬਾਗ ਮਿੱਠਿਆਂ ਦਾ ਹੀ ਸਿਰਫ। ਹਾਂਜੀ, ਉਹ ਜਿਹੜਾ ਚੀਰ ਕੇ ਨਾ, ਜਿਵੇਂ ਨਿੰਬੂ ਹੁੰਦੇ ਆ, ਉਹਦਾ ਰਸ ਪੀਂਦੇ ਹੁੰਦੇ ਲੋਕ, ਖਾਸ ਕਰਕੇ ਬਿਮਾਰਾਂ ਨੂੰ ਦਿੰਦੇ ਹੁੰਦੇ। ਅੱਜ ਕੱਲ੍ਹ ਇੱਕ ਸਾਰੇ ਪੰਜਾਬ 'ਚ ਸਿੰਗਲ ਬੂਟਾ ਨਹੀਂ ਹੁੰਦਾ। ਜਿਹੜੀ ਚੀਜ਼ ਡਿਕਲਾਈਨ ਹੋ ਜਾ ਰਹੀ ਹੈ, ਜਿਹੜੀ ਚੀਜ਼ ਵਹਿੰਦੇ ਆ ਯੀਲਡ ਘਟੇ, ਹੋਲਡਿੰਗ ਘੱਟ ਗਈਆਂ ਨਾ ਬੜੀਆਂ। ਹੁਣ ਪੁਰਾਣੇ ਜਿਹੜੇ ਹੋਲਡਿੰਗ ਬੜੀਆਂ ਵੱਡੀਆਂ ਨੇ, ਲੋਕ ਅਫੋਰਡ ਕਰਦੇ ਸੀ 7-8 ਕਿੱਲਿਆਂ ਦਾ ਬਾਗ ਲਾ ਕੇ। ਹੁਣ ਨਾ ਵੀ ਆਮਦਨ ਹੋਏਗੀ, ਸੋਹਣੇ ਤਾਂ ਲੱਗਦੇ ਆ ਕਿ ਨਹੀਂ, ਸੋਹਣੇ ਲੱਗਦੇ ਆ। ਤੇ ਹੁਣ ਮਸਲਾ ਇਹ ਬਣ ਗਿਆ ਵੀ ਹੁਣ ਲੋਕਾਂ ਦੀ ਹੋਲਡਿੰਗ ਰਹਿ ਗਈਆਂ 2.5 ਏਕੜ। ਹੁਣ ਜਿੱਦਾਂ ਮੇਰੇ ਦਾਦੇ ਦੀ 100 ਕਿੱਲਾ ਜ਼ਮੀਨ ਸੀ, ਤੇ ਮੇਰੇ ਕੋਲ ਰਹਿ ਗਈ 4-5 ਕਿੱਲੇ, ਤੇ ਗਾਂ ਮੇਰੇ ਮੁੰਡਿਆਂ ਨੂੰ ਹੋਰ ਘੱਟ ਜਾਣੀ ਹੈ। ਸੋ ਇਸ ਨਾਤੇ ਹੁਣ ਲੋਕੀ ਉਹ ਚੀਜ਼ ਹੀ ਬੀਜਣਗੇ ਜਿਹਦੇ 'ਚ ਉਹਨਾਂ ਨੂੰ, ਹੁਣ ਇਹਨੂੰ ਅਸੀਂ ਨਾ ਤਾਂ ਮਾਰਜਨਲ ਖੇਤੀ ਕਹਿੰਦੇ ਹਾਂ, ਤੇ ਨਾ ਇਹਨੂੰ ਅਸੀਂ ਕਹਿੰਦੇ ਹਾਂ ਸਮਾਲ ਖੇਤੀ। ਅਸੀਂ ਕਹਿੰਦੇ ਹਾਂ ਸਬਸਿਸਟੈਂਸ ਫਾਰਮਿੰਗ, ਜਿਹੜੀ ਤੇ ਪੰਜਾਬ ਦੇ ਗੁਜ਼ਾਰੇ ਦੀ ਖੇਤੀ ਹੈ। ਕਿਸਾਨ ਦੀ ਜਿਹੜੀ ਆਰਥਿਕ ਸੂਝ ਹੈ ਨਾ, ਇਹਦੀ ਤੇ ਇੱਕ ਗੱਲ ਤੋਂ ਬੜੀ ਸਿੰਪਲ ਐਗਜ਼ਾਮਪਲ ਇਹ ਮਿਲਦੀ ਆ ਕਿ 5300 ਲੀਟਰ ਪੀਣ ਵਾਲਾ ਪਾਣੀ ਸਾਫ਼ ਪਾ ਕੇ ਤੇ 1 ਕਿਲੋ ਝੋਨਾ ਪੈਦਾ ਕਰਨਾ, ਜਿਹਦੇ 'ਚ 4 ਰੁਪਈਏ ਮਾਰਜਨ ਲੈਣਾ। ਤੇ ਦੁਨੀਆ ਦੀ ਕੋਈ ਇਕਨੋਮਿਕਸ ਇਹ ਪ੍ਰੂਵ ਨਹੀਂ ਕਰ ਸਕੀ ਕਿ 4 ਰੁਪਈਆਂ ਬਦਲੇ 5300 ਲੀਟਰ ਜਿਹੜਾ ਪਾਣੀ ਆ ਉਹ ਦੇ ਦਿੱਤਾ ਜਾਵੇ, ਵੇਚ ਦਿੱਤਾ ਜਾਵੇ, ਜੇ ਸਿਰਫ ਪਾਣੀ ਹੀ ਉਹਦੀ ਕਾਸਟ ਹੋਵੇ। ਤੇ ਬਾਕੀ ਚੀਜ਼ਾਂ ਜਿਹੜੀਆਂ ਨੇ
ਕਿਉਂਕਿ ਅਸੀਂ ਹੁਣ ਦਿੱਲੀ ਮੈਂ ਰਹਿਣਾ ਹਾਂ 500 ਲੀਟਰ ਦੀ ਟੈਂਕੀ ਹੁੰਦੀ ਹੈ ਜੀ ਤੇ 10 ਟੈਂਕੀਆਂ ਜਿਹੜੀਆਂ ਨੇ ਉਹੋ ਜੀਆਂ ਪਾ ਕੇ 4 ਰੁਪਏ ਵਟਣੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੀ ਕੋਈ ਵੀ ਇਕਨੋਮਿਕਸ ਇਹਨੂੰ ਐਕਸਪਲੇਨ ਕਰ ਸਕਦੀ ਹੋਵੇ। ਅੱਜ ਦੀ ਤਰੀਕ ਵੀ ਜਿਹੜਾ 35 ਬਿਲੀਅਨ ਕਿਊਬਿਕ ਮੀਟਰ ਪਾਣੀ ਜਿਹੜਾ ਜ਼ਮੀਨ 'ਚੋਂ ਕੱਢਿਆ ਜਾਂਦਾ ਸਾਲ 'ਚ ਉਹ ਮਤਲਬ 37 ਬਿਲੀਅਨ ਕਿਊਬਿਕ ਮੀਟਰ ਪਾਣੀ 1 ਬਿਲੀਅਨ ਕਿਊਬਿਕ ਮੀਟਰ ਖੇਤੀ ਨੂੰ ਜਾਂਦਾ ਹਾਊਸ ਹੋਲਡ ਜਿੰਨੇ ਵੀ ਆ 1 ਬਿਲੀਅਨ ਇੰਡਸਟਰੀ ਨੂੰ ਜਾਂਦਾ ਬਾਕੀ ਜਿੰਨੇ ਵੀ ਆ 34-35 ਉਹ ਸਿਰਫ ਖੇਤੀ ਨੂੰ ਜਾਂਦੇ। ਇਹਦੀ ਗੱਲ ਇਹ ਆ ਇਹ ਬੜਾ ਇਸ਼ੂ ਹੈ ਵੀਰੇ ਖਾਸ ਕਰਕੇ ਜਿਹੜੇ ਬਿੱਲ 3 ਆਏ ਆ ਇਹਨਾਂ ਦਾ ਹੋਰ ਇਸ਼ੂ ਗਰਮ ਹੋ ਗਿਆ ਹੈ। ਦੇਖੋ ਫਾਰਮਰ 23 ਚੀਜ਼ਾਂ ਨੇ ਜਿਨ੍ਹਾਂ ਦੀ ਨਾ ਗੌਰਮੈਂਟ ਅਨਾਉਂਸ ਕਰਦੀ ਹੈ। ਹਾਂਜੀ 23 ਵਸਤੂਆਂ ਹਾਂਜੀ ਜਿਹਨਾਂ ਦੀ ਦਾਲਾਂ ਵੀ ਹਨ ਤਿਲਾਂ ਦੇ ਬੀਜ ਹਾਂਜੀ MSP 23 ਚੀਜ਼ਾਂ ਦੀ ਹਰ ਸਾਲ ਗੌਰਮੈਂਟ ਇੰਟਰੋਡਿਊਸ ਅੱਛਾ ਬੜੀ ਮਜ਼ੇਦਾਰ ਗੱਲ ਹੈ ਉਹ ਰਿਮੂਨੇਟਿਵ ਵੀ ਆ ਫਾਇਦਾ ਵੀ ਉਹਨਾਂ ਨੂੰ ਚੀਜ਼ਾਂ 'ਚ ਪਰ ਬੀਜਦੇ ਨਹੀਂ ਲੋਕੀ। ਹੁਣ ਪੰਜਾਬ 'ਚ ਇਸ ਵੇਲੇ 30 ਲੱਖ ਹੈਕਟਰ 75 ਲੱਖ ਏਕੜ ਜਿਹੜਾ ਖੇਤਰ ਆ ਨਾ ਉਹ ਝੋਨੇ ਥੱਲੇ ਬਿਲਕੁਲ। ਗੌਰਮੈਂਟ ਚਾਹੁੰਦੀ ਆ ਬੜੀ ਕੋਸ਼ਿਸ਼ ਵੀ ਕੀਤੀ ਬੜੀਆਂ ਬੜੀਆਂ ਮਿਹਨਤਾਂ ਵੀ ਕੀਤੀਆਂ। ਯੂਨੀਵਰਸਿਟੀ ਦੇ ਐਕਸਪਰਟ ਨੇ ਵੀ ਕਿਹਾ ਇਹਨੂੰ 15 ਲੱਖ ਹੈਕਟਰ ਤੱਕ ਲਿਆਈਏ 37 ਲੱਖ ਏਕੜ ਤੱਕ ਲਿਆਈਏ ਕਿਸੇ ਢੰਗ ਪਰ ਉਹ ਲਿਆ ਨਹੀਂ ਸਕਦੇ। ਉਹਦਾ ਕਾਰਨ ਕੀ ਹੈ ਜੇ ਗੁਰਦਾਸਪੁਰ ਨੂੰ ਝੋਨਾ ਖਰੀਦੀ ਹੈ ਗੌਰਮੈਂਟ ਤੇ ਉਹ ਅਬੋਰੋਂ ਕਿਉਂ ਨਾ ਖਰੀਦੇਗੀ। ਜਿਹੜੀ ਤੁਹਾਂ ਗੱਲ ਕੀਤੀ ਨਾ ਅਬੋਰ ਤੇ ਫਾਜ਼ਿਲਕੇ ਟਿੱਬਿਆਂ ਦੇ ਝੋਨਾ ਲਾਤਾ ਇੱਕੋ ਹੀ ਵਜ੍ਹਾ ਹੈ ਕਿ ਉਹ ਵਿਕ ਜਾਂਦਾ। ਉਹ ਕਹਿੰਦੇ ਯਾਰ ਵਿਕਤੇ ਜਾਂਦਾ ਨਾ ਵੇਚ ਸ਼ਾਮ ਨੂੰ ਘਰ ਆ ਜਾਏਗਾ। ਇਹ ਜਿਹੜੀਆਂ ਚੀਜ਼ਾਂ ਨੇ ਤਈਆਂ ਚੋਂ 2 ਚੀਜ਼ਾਂ ਸਿਰਫ ਕਣਕ ਦੇ ਝੋਨਾ ਖਰੀਦੀ ਗੌਰਮੈਂਟ ਹੋਰ ਚੀਜ਼ਾਂ ਨਹੀਂ ਖਰੀਦਦੀ। ਹੁਣ ਮਸਲਾ ਇਹ ਬਣਿਆ ਹੋਇਆ ਕਿ ਝੋਨਾ ਸਾਂਭਿਆ ਵੀ ਨਹੀਂ ਜਾਂਦਾ ਕੋਈ 5-7% ਚੂਹੀ ਖਾ ਜਾਂਦੀ ਹੈ ਸਾਲ ਦਾ ਪਰ ਉਹਦੀ ਐਕਸਪੋਰਟ ਵੀ ਨਹੀਂ ਹੁੰਦੀ ਸਿਵਾਏ ਬਾਸਪਤੀ ਤੋਂ। ਬਾਕੀ ਹੁੰਦੀ ਹੈ ਚੌਲਾਂ ਦੀ ਐਕਸਪੋਰਟ ਬੰਗਲਾਦੇਸ਼ ਉਹਨਾਂ ਦੇਸ਼ਾਂ ਜਾਂਦਾ ਹੈ ਹਾਂਜੀ ਝੋਨਾ ਵੀ ਹੁੰਦਾ ਪਰ ਚੌਲ ਹੁੰਦਾ ਐਕਸਪੋਰਟ ਬਹੁਤ ਘੱਟ ਆ। ਕਣਕ ਦੀ ਐਕਸਪੋਰਟ ਇੱਕ ਪੈਸੇ ਦੀ ਨਹੀਂ ਹੁੰਦੀ। ਉਹਦਾ ਰੀਜ਼ਨ ਹੈ ਕਿ ਬਾਹਰ ਕਣਕ ਦੀ ਕੀਮਤ ਬੜੀ ਘੱਟ ਆ ਉਹਨਾਂ ਕੰਟਰੀਆਂ 'ਚ ਕੀਮਤ ਬੜੀ ਘੱਟ ਆ। ਤੁਹਾਡੀ ਗੱਲ ਵਿੱਚ ਟੋਕਦਾ ਵੀ ਕਣਕ ਵੀ ਤੇ ਚੂਹੇ ਖਾਂਦੇ ਆ ਕਣਕ ਉਹ ਵੀ ਖਾਂਦੇ ਆ ਉਹ ਵੀ ਖਾਂਦੇ ਆ ਸਾਰਾ ਬਰਬਾਦੀ ਮਤਲਬ ਕਣਕ ਦੀ ਵੀ ਹੁੰਦੀ ਆ। ਉਹਦਾ ਹੱਲ ਬੜਾ ਹੀ ਸੋਹਣਾ ਪਿਛਲੇ ਸਾਲ ਗੌਰਮੈਂਟ ਨੇ ਕੱਢਿਆ ਹੈ। ਗੌਰਮੈਂਟ ਨੇ ਇੱਕ ਪਾਲਿਸੀ ਨਵੀਂ ਇੰਟਰੋਡਿਊਸ ਕੀਤੀ ਮਾਰਕੀਟਿੰਗ ਪਾਲਿਸੀ ਸੈਂਟਰਲ ਗੌਰਮੈਂਟ ਨੇ ਕਿ ਹੁਣ ਜਿਹੜਾ ਪੰਜਾਬ ਦੇ ਵਿੱਚ ਦਾਲਾਂ ਅਤੇ ਤੇਲਾਂ ਦੇ ਬੀਜ ਹੋਰ ਹੋ ਸਕਦੇ ਆ ਮਕਈ ਬੜੀ ਸੋਹਣੀ ਹੋ ਸਕਦੀ ਆ। ਰਾਜਸਥਾਨ ਦੇ ਵਿੱਚ ਤੇਲਾਂ ਦੇ ਬੀਜ ਬੜੇ ਹੋ ਸਕਦੇ ਆ ਮਕਈ ਹੋ ਸਕਦੀ ਆ ਸਾਨ ਹੋ ਸਕਦੀ ਆ। ਇੱਦਾਂ ਜਿਹੜੀਆਂ ਨਾਰਥ ਈਸਟਰਨ ਸਟੇਟਾਂ ਨੇ ਤ੍ਰਿਪੁਰਾ ਮੇਘਾਲਿਆ ਵਗੈਰਾ ਉਹਨਾਂ 'ਚ ਹੋਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਹੈ ਜਿਹੜੀ ਇੱਧਰ ਨਹੀਂ ਹੁੰਦੀ। ਸੈਂਟਰਲ ਗੌਰਮੈਂਟ ਨੇ ਇੱਕ ਪਾਲਿਸੀ ਬੜੀ ਸੋਹਣੀ ਬਣਾਈ ਸੀ ਉਹਨੂੰ ਬੜਾ ਵੈਲਕਮ ਕੀਤਾ ਸੀ। ਰਾਦਰ ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਉੱਤੇ ਉਹ ਛਪਿਆ ਵੀ ਨਿਊਜ਼ 'ਚ ਵੀ ਛਪਿਆ ਅਤੇ ਪੰਜਾਬੀ ਦੇ ਅਖਬਾਰਾਂ 'ਚ ਵੀ ਛਪਿਆ। ਉਹ ਪਾਲਿਸੀ ਇਹ ਬਣਾਈ ਕਿ ਸੈਂਟਰਲ ਗੌਰਮੈਂਟ ਅਤੇ ਸਟੇਟ ਗੌਰਮੈਂਟਾਂ ਰਲ ਕੇ ਜਿਹੜੀਆਂ ਚੀਜ਼ਾਂ ਪੰਜਾਬ 'ਚ ਜ਼ਿਆਦਾ ਹੁੰਦੀਆਂ ਨੇ ਉਹ ਖਰੀਦੇਗੀ ਅਤੇ ਕੀਮਤ ਦੇਗੀ ਜਿੱਦਾਂ ਕਣਕ ਝੋਨੇ ਦੀ ਦਿੰਦੀ ਹੈ। ਜਿੱਦਾਂ ਉਹਨੂੰ ਨਾਸਕ ਆ ਉੱਥੇ ਗੰਢਾ ਬੜਾ ਹੁੰਦਾ ਗੌਰਮੈਂਟ ਖਰੀਦੇਗੀ ਗੰਢਾ ਮਹਾਰਾਸ਼ਟਰ ਗੌਰਮੈਂਟ ਨਾਲ ਰਲ ਕੇ। ਅੱਛਾ ਇੱਦਾਂ ਹੀ ਰਾਜਸਥਾਨ 'ਚੋਂ ਖਰੀਦੇਗੀ ਮੂੰਗਫਲੀ ਵਗੈਰਾ ਪਰ ਹੋਇਆ ਕਿ ਉਹ ਤਾਂ ਅਮਲ ਹੀ ਨਹੀਂ ਹੋਇਆ ਕੋਈ ਉਹ ਉਸ ਸਕੀਮ ਦੇ ਉੱਤੇ ਅਮਲ ਨਹੀਂ ਹੋਇਆ। ਉਹ ਸਕੀਮ 'ਤੇ ਜੇ ਕਿਤੇ ਅਮਲ ਹੋ ਜਾਏ ਨਾ ਅਤੇ ਆ ਜਿਹੜੇ ਤੁਹਾਡੇ ਸਾਰੇ ਸਵਾਲ ਆ ਖਤਮ ਹੋ ਜਾਂਦੇ। ਇਹ ਹੈ ਨਾ ਕਿਸਾਨ ਜਿਹੜਾ ਹੈ ਉਹ ਇਹ ਜਿੰਨਾ ਬੀਜਦਾ ਤਾਂ ਹੈਗਾ ਅੱਗੇ ਮਾਰਕੀਟ ਹੈ ਨਹੀਂ ਅੱਗੇ ਰੁਲ ਜਾਂਦਾ ਹੁਣ ਮਕਈ ਦੇ ਬਾਰੇ ਰੌਲਾ ਪੈ ਰਿਹਾ ਵੀ ਉਹਦੀ ਕਿੰਨੀ 1700 ਕਿੰਨੀ ਹੈਗੀ ਆ ਮਕਈ ਦੀ 1880 ਰੁਪਏ ਕੀਮਤ ਗੌਰਮੈਂਟ ਨੇ ਉਹ 700 ਨੂੰ ਕਿੰਨੇ ਨੂੰ ਉਹ 900 ਰੁਪਏ ਵਿਕ ਰਹੀ। ਆਪਾਂ ਬਾਜ਼ਾਰ ਚਲੇ ਜਾਂਦੇ ਹਾਂ ਜੇ ਫਲ ਦੀ ਦੁਕਾਨ ਤੇ ਖੜੇ ਹੋਈਏ ਉਹਨੂੰ ਤੁਸੀਂ ਇਹ ਪੁੱਛ ਲਵੋ ਵੀ ਇਹਦੇ 'ਚੋਂ ਕਿਹੜਾ ਫਲ ਜਿਹੜਾ ਵਾ ਮੈਂ ਪੰਜਾਬ ਦਾ ਪੈਦਾ ਹੋਇਆ ਕਿੰਨੋਂ ਤੋਂ ਸਵਾ ਉਹ ਪੂਰੀ ਦੁਕਾਨ ਜੋ ਪੂਰਾ ਪੰਜਾਬ ਫਲ ਖਾ ਰਿਹਾ ਉਹ ਪੰਜਾਬ ਦਾ ਨਹੀਂ ਹੈਗਾ। ਪੂਰਾ ਪੰਜਾਬ ਦਾ ਜਿਹੜਾ ਸ਼ਹਿਰੀ ਖੇਤਰ ਹੈ ਜਿਹੜੀ ਕਣਕ ਆਟਾ ਖਾ ਰਿਹਾ
ਉਹ ਪੰਜਾਬ ਦਾ ਨਹੀਂ ਹੈ। ਉਹ ਫਲੋਰ ਮਿੱਲਾਂ ਜਿਹੜੀਆਂ ਨੇ ਯੂਪੀ ਤੋਂ ਜਾਂ ਐਮਪੀ ਤੋਂ। ਜਿਹੜਾ ਚੰਗਾ ਆਟਾ ਉਹ ਐਮਪੀ ਤੋਂ ਆਉਂਦਾ, ਜਿਹੜਾ ਮਾੜਾ ਲੋਕਲ ਆਟਾ ਉਹ ਫਲੋਰ ਮਿੱਲਾਂ, ਕਿਉਂਕਿ ਪੰਜਾਬ ਦੇ ਟੈਕਸ ਜ਼ਿਆਦਾ ਨੇ ਵੀਟ ਦੇ। ਇਹ ਪੈਦਾ ਕਰ ਰਹੇ ਨੇ ਝੋਨਾ, ਉਹ ਇੱਥੇ ਖਾਣਯੋਗ ਨਹੀਂ ਹੈ, ਨਾ ਖਾਧਾ ਜਾਂਦਾ, ਇਸ ਕਰਕੇ ਸੈਂਟਰਲ ਪੂਲ 'ਚ ਆਉਂਦਾ। ਬਾਸਮਤੀ ਜਿਹੜੀ ਇਹ ਪੈਦਾ ਕਰਦੇ ਆ ਉਹ ਈਰਾਨ, ਉਹਦੇ 'ਚ ਈਰਾਨ ਵਗੈਰਾ ਜਾਂਦੀ ਹੈ। ਮਤਲਬ ਇੱਥੇ ਦੇ ਜਿਹੜੇ ਹਰੀ ਮਿਰਚ ਤੱਕ ਇਹਨਾਂ ਦੀ ਮਟਰ ਜਿਹੜੇ ਆ ਸੋਏ ਕੁਛ ਜਦੋਂ ਅਗੇਤੇ ਮਟਰ ਆ ਉਹ ਵੀ ਬਾਹਰੋਂ ਆਉਂਦੇ ਨੇ। ਸੇਬ ਇੱਥੇ ਬਾਹਰੋਂ ਆ ਰਿਹਾ, ਕੇਲਾ ਬਾਹਰੋਂ ਆ ਰਿਹਾ, ਸੰਤਰਾ ਬਾਹਰੋਂ ਆ ਰਿਹਾ। ਇਹ ਆਪਣੇ ਲਈ 3 ਕਰੋੜ ਦੀ ਜਨਤਾ ਜਿਹੜੀ ਹੈਗੀ ਆ, ਪੰਜਾਬ ਦਾ ਕਿਸਾਨ ਉਸ 3 ਕਰੋੜ ਦੀ ਜਨਤਾ ਦੇ ਖਾਣ ਲਈ ਕੀ ਪੈਦਾ ਕਰ ਰਿਹਾ। ਇਹਦੇ ਉਹ ਸਿਰਫ ਪ੍ਰੋਕਿਉਰਮੈਂਟ ਵਾਸਤੇ, ਇਹ ਪ੍ਰੋਕਿਉਰਮੈਂਟ ਵਾਸਤੇ ਕੰਮ ਕਰ ਰਿਹਾ। ਨਹੀਂ, ਪੰਜਾਬ ਦਾ ਜਿਹੜਾ ਕਿਸਾਨ ਆ ਉਹ FCI ਵਾਸਤੇ ਚੀਜ਼ਾਂ ਪੈਦਾ ਕਰਦਾ, ਉਹ ਮਾਰਕੀਟ ਲਈ ਚੀਜ਼ਾਂ ਨਹੀਂ ਪੈਦਾ ਕਰਦਾ। ਇਹ ਜਿਹੜੀ ਤੋਂ ਗੱਲ ਕੀਤੀ ਹੈ ਨਾ, ਇਹ 'ਚ ਇੱਕ ਚੀਜ਼ ਹੋ ਰਿਹਾ, ਜਿੰਨੀਆਂ ਵੀ ਸਟੇਟਾਂ ਨੇ ਨਾ ਉਹਨਾਂ 'ਚ ਐਗਰੀ ਐਕਸਪੋਰਟ ਕਾਰਪੋਰੇਸ਼ਨ ਬਣੇ ਆ। ਹਾਂਜੀ, ਅਪੀਡਾ ਜਿੱਦਾਂ ਅਪੀਡਾ ਸੈਂਟਰ 'ਚ ਹੈ ਨਾ, ਹਾਂਜੀ, ਅਪੀਡਾ ਬਹੁਤ ਚੰਗਾ ਕੰਮ ਕਰ ਰਹੀ ਹੈ। ਅਪੀਡਾ ਨੇ ਬੜੀ ਮਦਦ ਕੀਤੀ ਹੈ, ਪੰਜਾਬ ਦੀ ਬੜੀ ਮਦਦ ਕੀਤੀ। ਹਾਂਜੀ, ਪੰਜਾਬ ਦੇ ਵਿੱਚ ਜਿੰਨੀਆਂ ਵੀ ਐਗਰੀਕਲਚਰ ਚੀਜ਼ਾਂ ਐਕਸਪੋਰਟ ਹੋ ਰਹੀਆਂ ਨੇ ਨਾ, ਉਹਨਾਂ ਦੇ ਵਿੱਚ 20,000 ਕਰੋੜ ਰੁਪਈਆ ਇਕੱਲਾ ਬਾਸਮਤੀ ਦਾ ਮੁੱਲ ਹੈ ਇੱਕ ਸਾਲ ਦਾ, ਤਕਰੀਬਨ ਐਵਰੇਜ। ਕਿਸੇ ਵਾਰੀ ਜ਼ਿਆਦਾ ਵੀ ਹੋ ਜਾਂਦਾ, ਕਈ ਵਾਰੀ ਘੱਟ ਵੀ ਹੁੰਦਾ। ਅਤੇ ਬਾਕੀ ਜਿੰਨੀਆਂ ਐਗਰੀਕਲਚਰ ਪ੍ਰੋਡਕਟਸ ਨੇ ਪੰਜਾਬ ਦੇ ਵਿੱਚੋਂ ਡੇਅਰੀ ਵੀ ਪਾ ਗਏ, ਉਹ 305 ਕਰੋੜ ਦੀਆਂ ਗਈਆਂ ਪਿਛਲੇ ਸਾਲ। ਅੱਛਾ, ਸਟੇਟ ਜਿਹੜੇ ਐਗਰੀ ਐਕਸਪੋਰਟ ਕਾਰਪੋਰੇਸ਼ਨ, ਇਹ ਨਹੀਂ ਇਕੱਲੇ ਪੰਜਾਬ ਦੇ, ਸਾਰੇ ਹਿੰਦੁਸਤਾਨ ਦੇ ਪਿਛਲੇ 10 ਸਾਲਾਂ 'ਚ ਇਹਨਾਂ ਨੇ ਇੱਕ ਆਰਡਰ ਨਹੀਂ ਲਿਆ ਬਾਹਰੋਂ। ਚਾਹੀਦਾ ਤਾਂ ਇਹਨਾਂ ਨੂੰ ਆ ਨਾ, ਜਿਹੜੇ ਸਟੇਟ ਦੇ ਐਕਸਪੋਰਟ ਹੈ, ਤੁਹਾਨੂੰ ਲਾਇਆ ਕਾਹਦੇ ਵਾਸਤੇ, ਚੇਅਰਮੈਨ ਕਾਹਦੇ ਵਾਸਤੇ ਬਣਾਇਆ, ਤੁਹਾਨੂੰ ਦਫ਼ਤਰ ਕਾਹਦੇ ਵਾਸਤੇ, ਗੱਡੀਆਂ ਕਾਹਦੇ ਵਾਸਤੇ ਦਿੰਦੀਆਂ ਕਿ ਤੁਸੀਂ ਬਾਹਰੋਂ ਆਰਡਰ ਲਿਆਓ। ਇਹਨਾਂ ਲੋਕਾਂ ਨੂੰ ਦਿਓ ਵੀ ਆਹ ਲਓ ਵੀ ਆਰਡਰ, ਤੇ ਤੁਸੀਂ ਚੀਜ਼ਾਂ ਅਪਣਾਓ। ਅਸੀਂ ਤੁਹਾਡੇ ਜਿਹੜਾ ਅਪੀਡਾ ਲੈਂਦੀ ਆ, ਅਪੀਡਾ ਰਜਿਸਟ੍ਰੇਸ਼ਨ ਕਰਦੀ ਆ ਫਾਰਮਰ ਦੀ, ਉਹਦੀ ਕਮਿਸ਼ਨ ਵੀ ਲੈਂਦੀ ਆ, ਉਹਨਾਂ ਨੂੰ ਆਰਡਰ ਲਿਆ ਕੇ ਦਿੰਦੀ ਆ। ਅੰਮ੍ਰਿਤਸਰ ਦੇ ਜਿਹੜੇ ਬਾਸਮਤੀ ਦੇ ਐਕਸਪੋਰਟਰ ਨੇ ਹਜ਼ਾਰਾਂ ਕਰੋੜਾਂ ਰੁਪਈਆਂ ਦੀ ਬਾਸਮਤੀ ਵੇਚਣ ਡਏ ਆ। ਉਹਦਾ ਕੋਈ ਨਾ ਕੋਈ ਬੈਨੀਫਿਟ ਪਿੱਛੇ ਫਾਰਮਰ ਨੂੰ ਜਾਂਦਾ। ਬਿਲਕੁਲ ਨਹੀਂ, ਉਹਦਾ ਲਿੰਕੇਜ ਕੋਈ ਉਸ ਤਰੀਕੇ ਨਾਲ ਹੈ ਹੀ ਨਹੀਂ। ਜਿੰਨੇ ਵੀ ਬਾਸਮਤੀ ਐਕਸਪੋਰਟਰਸ ਆ, ਉਹਨਾਂ ਨੇ ਕਦੀ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਦੀ ਭਲਾਈ ਲਈ ਇੱਕ ਚਵਾਨੀ ਵੀ ਜਿਹੜੀ ਆ ਨਹੀਂ ਖਰਚਦੇ। ਜਦ ਕਿ ਉਹ ਹੁਣ 1509 ਇਸ ਵੇਲੇ 16-1700 ਰੁਪਏ ਵਿਕੀ ਤਰਨਤਾਰਨ 'ਚ, ਬਹੁਤ ਸਸਤੀ ਵਿਕੀ ਹੈ। ਇਹੋ ਹੀ ਚੌਲ ਜਦੋਂ ਬਿਰਿਆਨੀ ਬਣਨੀ ਇਹਨਾਂ ਦੀ ਈਰਾਨ ਦੇ ਵਿੱਚ, ਤੇ ਇਹ 150 ਤੋਂ 200 ਰੁਪਏ ਕਿਲੋ ਚੌਲ ਉੱਥੇ ਵਿਕਣਾ, ਜਿਹੜਾ ਇਸ ਵੇਲੇ ਇਹਨਾਂ ਨੇ 15 ਤੋਂ 16 ਰੁਪਏ ਕਿਲੋ ਖਰੀਦਿਆ। ਮਤਲਬ ਝੋਨੇ ਨਾਲੋਂ, ਮੋਟੇ ਚੌਲ ਨਾਲੋਂ ਵੀ ਸਸਤਾ ਖਰੀਦਿਆ। ਤੇ ਇਹ ਇੱਕ ਮਤਲਬ ਪੰਜਾਬ ਦਾ ਜਿਹੜਾ ਕਿਸਾਨ ਤੇ ਐਗਰੀਕਲਚਰ ਕਾਲਜਾਂ ਦਾ ਜਿਹੜਾ ਰੋਲ ਹੈ, ਐਗਰੀਕਲਚਰ ਇੰਡਸਟਰੀ ਦਾ ਪੂਰਾ ਰੋਲ ਹੈ ਵੀ ਸਾਰੇ ਪੰਜਾਬ ਨੂੰ ਇੱਕ ਫੂਡ ਗ੍ਰੇਨ ਤੱਕ ਸੀਮਿਤ ਕਰਕੇ। ਮਤਲਬ ਮਨੋਹਰ ਸਿੰਘ ਗਿੱਲ ਹੋਰੀ ਇਹ ਕਹਿੰਦੇ ਹੁੰਦੇ ਵੀ ਇਹ ਫੂਡ ਗ੍ਰੇਨ ਪ੍ਰੋਡਿਊਸਿੰਗ ਸਟੇਟ ਹੈਗੀ ਆ, ਇਹ ਐਗਰੀਕਲਚਰ ਸਟੇਟ ਨਹੀਂ ਹੈਗੀ। ਇਹਨਾਂ ਨੂੰ ਮਤਲਬ ਡਾਇਵਰਸਿਟੀ ਜਿਹੜੀ ਹੈ ਐਗਰੀਕਲਚਰ ਦੀ, ਉਹਦਾ ਇਹਨਾਂ ਨੂੰ ਤਜਰਬਾ ਹੀ ਨਹੀਂ ਹੈ। ਬਾਗ ਜਿਹੜੇ ਆ ਉਹ ਇਹਦੇ ਜਿਹੜੇ ਪੁਰਾਣਿਆਂ ਨੂੰ ਪਤਾ ਸੀਗਾ ਬਾਗ ਕਿਵੇਂ ਲਾਉਣੇ, ਇਹ ਬਾਗ ਨਹੀਂ ਲਾ ਸਕਦੇ। ਇਹ ਗੱਲ ਬਹੁਤ ਸਾਰੀਆਂ ਛੋਟੀ ਛੋਟੀਆਂ ਇਹ ਜਿਹੜਾ ਇਹਦੀ ਕੋਈ ਵੱਡਾ ਰਿਸਕ ਵੀ ਨਹੀਂ ਹੈਗਾ। ਹਾਂਜੀ, ਜੇ ਸਟੇਟ ਗਵਰਨਮੈਂਟ ਖਰੀਦਣ ਲੱਗ ਪਏ, ਸਟੇਟ ਗਵਰਨਮੈਂਟ ਕਹੇ ਵੀ ਅਸੀਂ ਖਰੀਦਾਂਗੇ, ਤੇ ਜਿੱਦਾਂ ਕਣਕ ਤੇ ਝੋਨਾ ਸੈਂਟਰਲ ਗਵਰਨਮੈਂਟ ਖਰੀਦੀ, ਇੱਕ ਸਟੇਟ ਗਵਰਨਮੈਂਟ ਕਹੇ ਕਿ ਅਸੀਂ ਗੰਢੇ ਵੀ ਖਰੀਦਾਂਗੇ ਤੇ ਆਲੂ ਵੀ ਅਸੀਂ ਖਰੀਦਾਂਗੇ, ਸਾਡੇ ਨਾਲ ਕੰਟੈਕਟ ਕਰ ਲਓ ਭਾਵੇਂ। ਨਹੀਂ, ਉਂਝ ਤੇ ਇਹ ਗੱਲ ਹੈਗੀ ਹੈ ਕਿ ਸਟੇਟ ਗਵਰਨਮੈਂਟ ਜਿਹੜੀ ਆ, ਕਿਉਂਕਿ ਮਾਰਕੀਟ ਸਾਰੀ ਗਵਰਨਮੈਂਟ ਦੇ ਕਹਿਣ ਨਾਲ ਨਹੀਂ ਚੱਲਦੀ। ਮਾਰਕੀਟ ਆਪਰੇਸ਼ਨਸ ਪ੍ਰੋਕਿਉਰਮੈਂਟ ਕਰ ਲੈਣਾ, ਪ੍ਰੋਕਿਉਰਮੈਂਟ ਕਰਕੇ ਇਹਦੇ ਕੋਈ ਬਹੁਤ ਵੱਡਾ ਰਿਸਕ ਇਨਵੋਲਵ ਨਹੀਂ ਹੈਗਾ। ਹਾਂਜੀ, ਰਿਸਕ ਦੇ ਹੈ ਨਾ ਵੀ ਜੇ ਚੀਜ਼ਾਂ ਵਿਕਣੀਆਂ ਹੁਣ, ਇਹ ਸਾਰੀਆਂ ਵਿਕਣੀਆਂ ਨੇ। ਬਿਲਕੁਲ, ਕਿਹੜੀ ਚੀਜ਼ ਘਰ ਰਹਿਣੀ ਹੈ। ਅੱਛਾ, ਤੁਸੀਂ ਚੀਜ਼ ਕੰਜ਼ਿਊਮ, ਕਿੱਡੀ ਅਜੀਬ ਗੱਲ ਆ ਵੀ ਅਫਗਾਨਿਸਤਾਨ ਤੋਂ ਗੰਢੇ ਇੱਥੇ ਆਉਂਦੇ ਨੇ। ਤੁਸੀਂ 90 ਰੁਪਏ ਕਿਲੋ ਬਾਹਰੋਂ ਲੈ ਰਹੇ ਹੋ, ਤੇ ਤੁਸੀਂ 40 ਰੁਪਏ ਇੱਥੇ ਦਿਓ ਕਿਸਾਨਾਂ ਨੂੰ, ਕੰਟੈਕਟ ਕਰੋ। ਜਿਹੜਾ ਇਹਦੇ ਤੇ ਐਕਚੁਅਲੀ ਕੰਮ ਹੀ ਨਹੀਂ ਹੋਇਆ। ਇਹ ਜਿਹੜਾ ਮੈਂ ਤੁਹਾਨੂੰ ਦੱਸਿਆ, ਜਿਹੜਾ ਸਟੇਟ ਐਗਰੀ ਐਕਸਪੋਰਟ ਕਾਰਪੋਰੇਸ਼ਨ ਹੈ ਜਾਂ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਹੈ, ਇਹ ਇਹਨਾਂ ਦੇ ਕੰਮ ਨੇ। ਪਰ ਤੁਹਾਡੀ ਗੱਲ ਠੀਕ ਹੈ। ਮੈਂ ਕਹਿੰਦਾ ਵੀ ਘਾਟ ਕਿੱਥੇ ਰਹਿ ਰਹੀ ਹੈ? ਕੋਈ ਗਾਈਡੈਂਸ ਨਹੀਂ ਮਿਲਦੀ ਇਹਨਾਂ ਨੂੰ, ਜਾਂ ਕੋਈ ਸਰਕਾਰ ਨਹੀਂ ਹੈਗੀ।
ਘਾਟ ਹੈ। ਜੋ ਤੁਹਾਡੀ ਗੱਲ ਘਾਟ ਵੀ ਹੈਗੀ ਚੀਜ਼ਾਂ ਇੱਥੇ ਪੈਦਾ ਕਰਾਉਣ ਤੇ ਫਿਰ ਉਹਨੂੰ ਉਹਦਾ ਮੁੱਲ ਦੇਣ, ਉਹਦੀ ਮਾਰਕੀਟਿੰਗ ਹੋਵੇ ਇੱਕ ਤੇ ਦੋ ਕਿਸਾਨ ਨੂੰ ਦੋ ਫਾਇਦਾ ਚੀਜ਼ਾਂ ਨੇ ਹੋਵੇ। ਨਾ। ਖਰਚ ਅਸਲ ਕਰਦੇ ਆ। ਸੀਗੀ ਗਵਾਰ ਹੂੰ ਗਵਾਰ ਜਿਹੜੀ ਹੈ ਉਹਦੇ ਤੇ ਉਹਦੀ ਨਿਕਲਦੀ ਸੀ ਗੂੰਦ। ਹੂੰ ਉਹ ਗੂੰਦ ਦੀ ਵਰਲਡ ਦੇ ਵਿੱਚ ਬੜੀ ਕਮਾਲ ਦੀ ਇਹਦੀ ਡਿਮਾਂਡ ਹੈ। ਉਹ ਗੂੰਦ ਇੱਕ ਤੇ ਪੈਂਦੀ ਹੈ ਉਹਦੇ 'ਚ ਜਿਹੜੇ ਆ ਖਾਣੇ ਹੋਟਲਾਂ ਦੇ ਵਿੱਚ ਬਣਦੇ। ਇਸ ਤੋਂ ਬਿਨਾਂ ਕਾਸਮੈਟਿਕਸ ਪੈਂਦੀ ਸੀ। ਇਸ ਤੋਂ ਬਿਨਾਂ ਉਹ ਗੂੰਦ ਜਿਹੜੀ ਹੈ ਤੇਲ ਦੇ ਖੂਹਾਂ ਦੀ ਫਰੈਕਿੰਗ ਵਾਸਤੇ ਯੂਜ਼ ਹੁੰਦੀ ਹੈ। ਅੱਛਾ ਤੇ ਇਹ ਜਿਹੜੀ NCDX ਸੀਗੀ ਇਹਦੇ ਵਿੱਚ ਇਹਦੀ ਟ੍ਰੇਡਿੰਗ ਹੋਣ ਲੱਗ ਪਈ। ਉਹ ਜਿਹੜੀਆਂ ਕਮੋਡਿਟੀ ਫਾਰਵਰਡ ਟ੍ਰੇਡਿੰਗ ਹੋਣ ਲੱਗ ਪਈ। ਤਾਂ ਇੱਥੇ ਕੁਛ ਫਸਲ ਗੁਆਰ ਦੀ ਜਿਹੜੀ ਹੈ ਬਠਿੰਡੇ ਲਾਗੇ ਹੁੰਦੀ ਸੀ, ਪਰ ਇੱਥੇ ਉਹਦੀ ਪ੍ਰੋਸੈਸਿੰਗ ਦੀ ਇੱਕ ਵੀ ਫੈਕਟਰੀ ਨਹੀਂ ਸੀ ਹੈਗੀ। ਮਤਲਬ ਇਸ ਤਰੀਕੇ ਦੇ ਨਾਲ ਉਦੋਂ ਗ੍ਰੀਨ ਗੋਲਡ ਕਹਿੰਦੇ ਸੀਗੇ। ਤੇ ਉਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਨੇ। ਇਹ ਗੱਲ ਫਿਰ ਉੱਥੇ ਹੁੰਦੀ ਹੈ ਨਾ ਕਿ ਜਿਹੜੀ ਜੀ ਵਿਕਦੀ ਆ ਹਾਂ ਉਹ ਪ੍ਰੋਡਕਸ਼ਨ ਹੈ। ਨਹੀਂ ਵਿਕਦੀ ਵੀ ਨਹੀਂ, ਵਿਕਦੀ ਤਾਂ ਹਰ ਚੀਜ਼ ਬਾਜ਼ਾਰ ਦੇ ਵਿੱਚ ਮਤਲਬ ਮਿੱਟੀ ਵੀ ਵਿਕ ਜਾਂਦੀ ਹੈ ਵਿੱਚ ਨਹੀਂ ਆਉਂਦੀ ਹੋਵੇ। ਗੱਲ ਤਾਂ ਇਹ ਹੈਗੀ ਹੈ ਕਿ ਉਹ ਖੁਸ਼ੀ ਖੁਸ਼ਹਾਲੀ ਆਪਣੇ ਆਪ ਨੂੰ ਪੰਜਾਬ ਨੇ। ਇੱਕ ਤੁਹਾਡੇ ਕੁਲੀਗ ਸੀਗੇ ਨਿਰਮਲ ਸਿੰਘ ਆਜ਼ਾਦ, ਹਾਂਜੀ, ਉਹ ਇਹ ਲਿਖਦੇ ਹੁੰਦੇ ਵੀ ਪੰਜਾਬ ਇੱਕ ਬਸਤੀਵਾਦੀ ਮਾਡਲ ਆ। ਕਿਉਂਕਿ ਬਸਤੀਵਾਦ ਦੇ ਵਿੱਚ ਕੀ ਹੁੰਦਾ ਵੀ ਪ੍ਰਾਇਮਰੀ ਗੁੱਡਸ ਜਿਹੜੀਆਂ ਨੇ ਖੇਤੀ, ਕਣਕ ਝੋਨਾ ਜਿਹੜਾ ਜੋ ਮੁਲਕ ਨੂੰ ਚਾਹੀਦਾ ਉਹ ਪੰਜਾਬ ਪੈਦਾ ਕਰਦਾ। ਇਹਨੂੰ ਉਹਨੂੰ ਪ੍ਰੋਸੈਸ ਕਰਨਾ, ਉਹੀ ਉਸੇ ਚੀਜ਼ ਨੂੰ ਪ੍ਰੋਸੈਸ ਕਰਨ ਦਾ ਵੀ ਅੱਜ ਪੂਰਾ ਪੰਜਾਬ ਆਸ਼ੀਰਵਾਦ ਦਾ ਆਟਾ ਖਾ ਰਿਹਾ ਹੈ ਨਾ। ਪੂਰੇ ਆਰਮੀ ਨੂੰ ਪਤੰਜਲੀ ਦਾ ਆਟਾ ਸਪਲਾਈ ਹੋ ਰਿਹਾ। ਸ਼ਹਿਰਾਂ ਦੇ ਵਿੱਚ ਜਿੰਨਾ ਵੀ ਆਸ਼ੀਰਵਾਦ ਪਿਲਸਬਰੀ ਇਹ ਸਾਰਾ ਮਲਟੀਨੈਸ਼ਨਲ ਜਿਹੜੀਆਂ ਹੈਗੀਆਂ ਨੇ, ਮਲਟੀਨੈਸ਼ਨਲ ਜਾਂ ਲੋਕਲ ਜਿੰਨੀਆਂ ਵੀ ਬਾਹਰ ਦੀਆਂ, ਇਹ ਕਣਕ ਪੰਜਾਬ ਦੀ ਨਹੀਂ ਵਰਤਦੇ। ਅੱਛਾ ਅਸੀਂ ਆਪਣੀ ਕਣਕ ਵੀ ਨਹੀਂ ਖਾ ਰਹੇ। ਕਣਕ ਉਹੀ ਖਾ ਰਿਹਾ ਜਿਹੜਾ ਪਿੰਡ 'ਚ ਬੈਠਾ ਬੰਦਾ ਨਾ, ਉਹ ਵੀ ਬਾਹਰੋਂ ਆ ਰਿਹਾ, ਉਹ ਵੀ ਕਣਕ ਵੀ ਬਾਹਰੋਂ ਆ ਰਹੀ ਹੈ। ਇਹ ਆਟਾ ਜਿਹੜਾ ਪੰਜਾਬ 'ਚ ਜਿਹੜਾ ਆਟਾ ਵਿਕਣ ਡਿਆ ਇਹ ਪੰਜਾਬ ਦੀ ਕਣਕ ਦਾ ਨਹੀਂ ਹੈਗਾ। ਅੱਛਾ ਹਾਂ, ਉਹਦਾ ਕਾਰਨ ਹੈ ਕਿ ਇੱਥੇ ਜਿਹੜੀ ਕਣਕ ਹੈ ਉਹ ਮੰਡੀ ਉਹਨਾਂ ਨੂੰ ਮਹਿੰਗੀ ਪੈਂਦੀ ਹੈ ਟੈਕਸ ਕਰਕੇ ਫਲੋਰ ਮਿਲਾਂ ਨੂੰ। ਇਹ ਦਵਿੰਦਰ ਸ਼ਰਮਾ ਦੀ ਅੱਛਾ ਰਿਪੋਰਟ ਹੈ। ਮੈਂ ਤਾਂ ਦਵਿੰਦਰ ਸ਼ਰਮਾ ਵੀ ਇੱਕ ਟੀਵੀ ਚੈਨਲ 'ਚ ਇਕੱਠੇ ਹਨ ਉਹ ਚੰਡੀਗੜ੍ਹ ਤੇ ਮਤਲਬ ਆਪਣਾ ਆਟਾ ਵੀ ਇਹ ਜਿਹੜਾ ਤੁਹਾਡਾ ਝੋਨਾ ਤੇ ਕਣਕ ਹੈ ਨਾ, ਇਹਦੇ ਬਾਰੇ ਦੋ ਬੜੇ ਇੰਪੋਰਟੈਂਟ ਫੈਕਟ ਮੈਂ ਜਾਣਦਾ। 2007 ਤੱਕ ਝੋਨਾ ਐਕਸਪੋਰਟ ਨਹੀਂ ਸੀ ਹੁੰਦਾ, ਹਾਂਜੀ, ਸਿਰਫ ਬਾਸਮਤੀ ਅਲਾਉਡ ਸੀ। ਝੋਨਾ ਇਸ ਕਰਕੇ ਨਹੀਂ ਐਕਸਪੋਰਟ ਹੁੰਦਾ ਕਿ ਝੋਨੇ ਦੀ ਜਿਹੜੀ ਹੈ ਫੂਡ ਪ੍ਰੋਬਲਮ ਕਰਕੇ ਆਪਣਾ ਇੰਡੀਆ ਦੀ ਇਟ ਵਾਜ਼ ਨਾਟ ਅਲਾਉਡ। ਹਾਂਜੀ 2007 'ਚ ਮੈਂ ਇੱਕ ਸੈਮੀਨਾਰ ਕਰਾਇਆ ਸੀ ਅੰਮ੍ਰਿਤਸਰ। ਮੇਰਾ ਪੀਡਾ ਨੇ ਪਾਰਟਿਸਿਪੇਟ ਕੀਤਾ ਸੀ ਜੀ। ਆਊਟਡ ਇੱਕ ਬਾਡੀ ਆ, ਹਾਂਜੀ ਯੂਐਨਓ ਦੀ, ਉਹਨਾਂ ਦੇ ਨਾਲ ਹਾਂਜੀ ਉਹਦੇ 'ਚ ਅਸੀਂ ਸੱਦੇ ਸੀ ਜਿਹੜੇ ਰਾਈਸ ਐਕਸਪੋਰਟਰ ਨੇ, ਸੱਦੇ ਸੀ ਜਾਂ ਵੈਸੇ ਆ ਗਏ, ਉਹਨੂੰ ਯਾਦ ਨਹੀਂ ਹੁਣ। ਮੈਨੂੰ ਇਹ ਵੀ ਯਾਦ ਆ ਉਹਨੂੰ ਕਨਸਕਾਨ ਸਿੰਘ ਪੰਨੂ ਇੱਥੇ ਨਹੀਂ ਹੁੰਦੇ ਹਨ ਅੰਮ੍ਰਿਤਸਰ। ਉਹਨਾਂ ਦਾ ਮੈਨੂੰ ਫੋਨ ਆਇਆ ਸਵੇਰੇ ਜਦੋਂ ਸੈਮੀਨਾਰ ਸੀ ਕਿ ਮਿਸਟਰ ਸ਼ੀਨਾ ਵੇਅਰ ਯੂ ਆਰ। ਮੈਂ ਕਿਹਾ ਸਰ ਆਈ ਐਮ ਦੇਅਰ ਐਟ ਰਣਜੀਤ ਐਵਨਿਊ। ਕਹਿੰਦਾ ਮੈਂ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਬੋਲ ਰਿਹਾ। ਅਤੇ ਕਹਿੰਦੇ ਤੁਸੀਂ ਮੈਨੂੰ ਕਿਉਂ ਨਹੀਂ ਬੁਲਾਇਆ ਉਹ ਸੈਮੀਨਾਰ 'ਚ? ਮੈਂ ਕਿਹਾ ਸਰ ਆਈ ਐਮ ਨਾਟ ਅਵੇਅਰ ਦੈਟ ਯੂ ਆਰ ਫਰੀ ਐਂਡ ਯੂ ਕੈਨ ਸਪੇਅਰ ਸਮ ਆਫ ਯੂਰ ਟਾਈਮ। ਨੋ ਇਟਸ ਅ ਵੈਰੀ ਇੰਪੋਰਟੈਂਟ ਟਾਪਿਕ ਐਂਡ ਆਈ ਮਸਟ ਕਮ। ਫਿਰ ਮੈਂ ਉਹਨੂੰ ਦੱਸਿਆ ਵੀ ਇੱਥੇ ਸੈਮੀਨਾਰ ਹੋਣਾ ਬਲੂ ਮੂਨ ਹੋਟਲ 'ਚ। ਮਜ਼ੇਦਾਰ ਗਏ ਸੀ, ਮੈਂ ਗਿਆ, ਮੇਰੇ ਤੋਂ ਪਹਿਲਾਂ ਪੰਨੂ ਸਾਹਿਬ ਬੈਠੇ ਸੀ ਉੱਥੇ। ਅੱਛਾ ਅੱਛਾ। ਉਹਦੇ 'ਚ ਰਾਈਸ ਐਕਸਪੋਰਟਰ ਵੀ ਆਏ। ਉਹਨਾਂ ਨੇ ਡਿਮਾਂਡ ਕੀਤੀ, ਹਾਂ ਉਹਦੇ 'ਚ ਕਮਰਸ ਮਿਨਿਸਟਰੀ ਦਾ ਇੱਕ ਆਦਮੀ ਆਇਆ ਸੀ। ਉਹਨਾਂ ਨੇ ਡਿਮਾਂਡ ਕੀਤੀ ਕਿ ਤੁਸੀਂ ਰਾਈਸ ਦੀ ਐਕਸਪੋਰਟ ਕਿਉਂ ਨਹੀਂ ਇਜਾਜ਼ਤ ਦੇ ਰਹੇ? ਉਹਨੇ ਕਿਹਾ ਜੀ ਪਾਲਿਸੀ ਮੈਟਰ ਨਹੀਂ ਹੈਗਾ, ਅਸੀਂ ਇਹ ਨਹੀਂ ਦੇ ਸਕਦੇ। ਉਹਨੇ ਕਿਹਾ ਵੀ ਜੋ ਝੋਨਾ ਵਾਧੂ ਪਿਆ, ਬਹੁਤ ਸਾਰੇ ਬਾਹਰ ਦੇ ਇੰਪੋਰਟਰ ਉਹ ਵਰਾਇਟੀਆਂ ਜਿਹੜੀਆਂ ਬਾਸਮਤੀ ਤੇ ਨਹੀਂ ਹੈਗੀਆਂ ਪਰ ਬਾਸਮਤੀ ਵਰਗੀਆਂ ਲੱਗਦੀਆਂ ਨੇ ਉਹ ਖਰੀਦਣ ਨੂੰ ਤਿਆਰ ਆ। ਗੌਰਮੈਂਟ ਨੂੰ ਆਮਦਨ ਆ ਰਹੀ ਆ, ਉਹਦੇ ਨਾਲ ਪਿੰਡਾਂ 'ਚ ਖੁਸ਼ਹਾਲੀ ਆ ਰਹੀ ਆ, ਪਿੰਡਾਂ ਦੇ ਫਾਰਮਰ ਨੂੰ ਕੀਮਤਾਂ ਵੱਧ ਮਿਲਣਗੀਆਂ। ਅਤੇ ਉਹਨਾਂ ਨੇ ਕਿਹਾ, ਕਮਰਸ ਮਿਨਿਸਟਰੀ ਨੇ ਕਿਹਾ ਵੀ ਯੂ ਕਮ ਐਟ ਦਿੱਲੀ ਵੀ ਵੁੱਡ ਮੈਨੇਜ ਯੂਰ ਮੀਟਿੰਗ। ਉਹ ਬਾਅਦ ਵਿੱਚ ਉਹਨਾਂ ਨੇ ਰਾਈਸ ਐਕਸਪੋਰਟਰ ਆਰਗੇਨਾਈਜੇਸ਼ਨ ਨੇ ਮਿਹਨਤ ਕੀਤੀ ਅਤੇ ਉਸੇ ਸਾਲ ਹੀ 2007 'ਚ ਝੋਨੇ, ਆਮ ਝੋਨਾ, ਆਰਡੀਨਰੀ ਝੋਨੇ ਦੀ ਐਕਸਪੋਰਟ ਅਲਾਉਡ ਹੋਈ। ਇਹ ਤਾਂ ਵੱਖਰੀ ਗੱਲ ਹੈ ਕਿ ਉਹਨਾਂ ਨੇ ਬੜੀ ਮਿਹਨਤ ਕੀਤੀ ਹੋਏਗੀ, ਕਮਰਸ ਮਿਨਿਸਟਰੀ ਨੂੰ ਸੈਟੀਸਫਾਈ ਕੀਤਾ ਹੋਣਾ। ਅਤੇ ਉਹਦੇ ਨਾਲ ਕੀ ਹੋਇਆ ਕਿ ਪਿੰਡਾਂ 'ਚ ਜਿਹੜੀ ਫਾਰਮਰ ਸੀ ਅਗਲੇ ਸਾਲ ਉਹਨਾਂ ਨੇ
ਝੋਨੇ ਦੀਆਂ ਕੀਮਤਾਂ ਵੱਧ ਗਈਆਂ, ਜਿਹੜੇ ਮਜ਼ਦੂਰ ਸੀ ਉਹਨਾਂ ਦੀ ਮਾੜੀ ਮੋਟੀ ਜਿਹੜੀ ਡਿਵੀਜ਼ਨ ਸੀ ਉਹ ਵੀ ਵੱਧ ਗਈ। ਉਹਦੇ ਤੋਂ ਬਾਅਦ ਇਹ ਅਲਾਊਡ ਹੋ ਗਈ। ਹੁਣ ਅੱਜ ਕੱਲ੍ਹ ਝੋਨਾ ਕਿਉਂਕਿ ਬਹੁਤ ਜ਼ਿਆਦਾ ਹੈ, ਜਿੱਥੇ ਜਿੱਥੇ ਜਿਨ੍ਹਾਂ ਮੁਲਕਾਂ 'ਚ ਸ਼ਾਰਟੇਜ ਆ ਉਹਨਾਂ ਮੁਲਕਾਂ 'ਚ ਉਹ ਮੰਗਾਇਆ ਜਾਂਦਾ। ਮੈਨੂੰ ਬੰਗਲਾਦੇਸ਼ ਦਾ ਤਾਂ ਯਾਦ ਆ, ਸ਼ਾਇਦ ਹੋਰ ਵੀ ਕਈ ਕੰਟਰੀ ਨੇ ਜਿਹਨਾਂ 'ਚ ਚੱਲਦਾ। ਇਹ ਕੱਲ੍ਹ ਦੀ ਡਿਵੈਲਪਮੈਂਟ ਹੈ ਕਿ ਕਿਉਂਕਿ ਥਾਈਲੈਂਡ ਦੇ ਵਿੱਚ ਇਸ ਵੇਲੇ ਮਾਨਸੂਨ ਪ੍ਰੋਪਰ ਨਹੀਂ ਹੋਈ, ਉਹਨਾਂ ਦੇ ਦਰਿਆਵਾਂ 'ਚ ਪਾਣੀ ਘੱਟ ਸੀਗਾ। ਥਾਈਲੈਂਡ ਨੇ ਝੋਨਾ ਐਕਸਪੋਰਟ ਨਹੀਂ ਕੀਤਾ। ਥਾਈਲੈਂਡ ਇੰਡੀਆ ਲਾਰਜੈਸਟ ਐਕਸਪੋਰਟਰ ਹੈ, ਥਾਈਲੈਂਡ ਸੈਕਿੰਡ ਨੰਬਰ ਹੈ। ਅਤੇ ਥਾਈਲੈਂਡ ਵੰਡੇ ਵੀ ਇੰਡੀਆ ਝੋਨਾ ਐਕਸਪੋਰਟ ਕਰ ਰਿਹਾ, ਚੌਲ। ਅਤੇ ਵੀਅਤਨਾਮ ਥਰਡ ਲਾਰਜੈਸਟ ਹੈ, ਵੀਅਤਨਾਮ ਨੇ ਵੀ ਨਹੀਂ ਐਕਸਪੋਰਟ ਕੀਤਾ। ਸੋ ਐਤਕੀ ਇੰਡੀਅਨ ਗੌਰਮੈਂਟ ਜਿਹੜੀ ਹੈ ਉਹ ਚੌਲ ਕਾਫੀ ਵੱਡੀ ਮਾਤਰਾ 'ਚ ਐਕਸਪੋਰਟ ਕਰ ਰਹੀ ਹੈ, ਜਿਹਦੇ ਨਾਲ ਵਰਲਡ ਪ੍ਰਾਈਸਿਸ ਚੌਲ ਦੀਆਂ ਨੀਵੀਂ ਡਾਊਨ ਹੋਣਗੀਆਂ। ਅਤੇ ਬੰਗਲਾਦੇਸ਼ ਨੂੰ, ਅਫਰੀਕਾ ਦੇ ਕੁਛ ਦੇਸ਼ਾਂ ਨੂੰ, ਅਤੇ ਇਸ ਤਰੀਕੇ ਨਾਲ ਕਾਫੀ ਜਗ੍ਹਾ 'ਤੇ ਕਰ ਰਹੇ ਨੇ। ਪਰ ਉਹਦਾ ਕਿਸਾਨ ਨੂੰ ਵੀ ਫਾਇਦਾ ਹੋਏਗਾ। ਕਿਸਾਨ ਹੁਣ ਇਹਦੇ 'ਚ ਸਵਾਲ ਇਹੀ ਹੈ ਨਾ ਬਈ ਕਿਸਾਨ ਜਿਹੜੀ ਜਿੰਨੀ ਵੀ ਇਸ ਵੇਲੇ, ਹੁਣ ਜੇ ਆਪਾਂ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ, 31 ਜਥੇਬੰਦੀਆਂ ਆਪਣੀ ਸਾਰੀ ਮੂਵਮੈਂਟ ਕਰ ਰਹੀਆਂ, ਕਦੀ ਇਹਨਾਂ ਨੇ ਇੰਡਸਟਰੀ ਦੇ ਨਾਲ ਵੀ ਇੱਦਾਂ ਮੇਜ਼ ਦੇ ਉੱਤੇ 1 to 1 ਗੱਲ ਕੀਤੀ? ਕਦੀ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਕਿਸਾਨਾਂ ਵੱਲੋਂ ਸਵਾਲ ਆਇਆ ਵੀ ਇਹਨਾਂ ਦੀ ਸਾਰੀ ਗੱਲਬਾਤ ਜਿਹੜੀ ਹੈ ਸਰਕਾਰ ਨੂੰ ਸੰਬੋਧਿਤ ਹੁੰਦੀ ਹੈ? ਕਦੀ ਇਹਨਾਂ ਨੇ, ਜਿਵੇਂ ਤੁਸੀਂ ਰਾਈਸ ਐਕਸਪੋਰਟਰਸ ਨੂੰ ਆਪਣੇ ਸੈਮੀਨਾਰ 'ਚ ਬੁਲਾਇਆ, ਉਹਦੇ ਬਾਅਦ ਮਿਨਿਸਟਰੀ ਆਫ ਕਾਮਰਸ ਵੀ ਆਈ, ਜਾਣੀ ਸਰਕਾਰ ਅਤੇ ਜਿਹੜੇ ਬੁੱਧੀਜੀਵੀ ਨੇ ਔਰ ਕਿਸਾਨ ਅਤੇ ਉਦਯੋਗਪਤੀ, ਇਹ ਚਾਰ ਧਿਰਾਂ ਇੱਕ ਟੇਬਲ 'ਤੇ ਬੈਠੀਆਂ ਅਤੇ ਇੱਕ ਨਵੀਂ ਗੱਲ ਸਾਹਮਣੇ ਆਈ। ਅਤੇ ਜਦੋਂ ਸਾਰੀ ਦੀ ਸਾਰੀ ਗੱਲ ਵੀ ਸਰਕਾਰ ਵਰਸਸ ਕਿਸਾਨਾਂ 'ਚ ਹੀ ਚੱਲਣੀ ਆ, ਇੰਡਸਟਰੀ ਵੱਖਰੀ, ਜਿੰਨੇ ਐਕਸਪੋਰਟਰਸ ਜਿਹੜੇ ਨੇ ਜਾਂ ਇੰਡਸਟਰੀ ਹੈ ਜਿਨ੍ਹਾਂ ਨੇ ਸ਼ੈਲਿੰਗ ਕਰਨੀ ਆ, ਪ੍ਰੋਸੈਸਿੰਗ ਕਰਨੀ ਆ, ਉਹ ਵੱਖਰੇ ਬੈਠੇ ਨੇ, ਪੈਦਾ ਕਰਨ ਵਾਲੇ ਵੱਖਰੇ ਬੈਠੇ ਆ, ਵੇਚਣ ਵਾਲੇ ਵੱਖਰੇ ਬੈਠੇ। ਸੋ ਇਹ ਕੋਈ ਬਹੁਤ ਵੱਡਾ ਗੈਪ ਨਹੀਂ ਤੁਹਾਨੂੰ ਲੱਗਦਾ ਵੀ ਆਪਸ 'ਚ ਇਹਨਾਂ ਦੀ ਕੋਈ ਗੱਲਬਾਤ ਹੀ ਨਹੀਂ ਹੈਗੀ? ਨਹੀਂ, ਵੇਖੋ ਮੈਂ ਇਹਨੂੰ ਇੱਕ ਸਟੈਪ ਹੋਰ ਅੱਗੇ ਜਾਂਦਾ। ਜਿੰਨਾ ਚਿਰ ਤੱਕ ਖੇਤੀ ਦੇ ਉੱਤੇ 60% ਦੀ ਵਸੋਂ ਰਹੇਗੀ, ਹਾਂਜੀ, ਜਿੰਨਾ ਚਿਰ ਤੱਕ ਵੀ ਰਹੇਗੀ, ਖੇਤੀ 'ਚੋਂ ਕੁਝ ਨਹੀਂ ਲੱਭ ਸਕਦਾ, ਖੇਤੀ ਘਾਟੇ 'ਚ ਹੀ ਰਹੇਗੀ। ਹਾਂਜੀ, ਜਿਹੜੀ ਮੋਦੀ ਸਾਹਿਬ ਨੇ ਕਹੀ ਸੀ ਗੱਲ, ਡਬਲ ਇਨਕਮ ਕਰਨੀ ਹੈ, ਸਵਾਲ ਹੀ ਪਤਾ ਨਹੀਂ ਹੁੰਦਾ। ਡਬਲ ਇਨਕਮ ਦਾ ਮਤਲਬ ਵੀ ਡਬਲ ਪ੍ਰੋਡਕਸ਼ਨ ਹੋਏ, ਪੋਸੀਬਲ ਨਹੀਂ ਹੈਗੀ। ਉਹਦਾ ਇੱਕੋ ਹੱਲ ਆ ਕਿ ਪਰ ਹਾਊਸ ਹੋਲਡ ਇਨਕਮ ਡਬਲ ਹੋਏ। ਹਾਂਜੀ, ਉਹ ਤਾਂ ਹੋ ਸਕਦੀ। ਆਪਾਂ ਪਿੰਡਾਂ ਦੇ ਰਹਿਣ ਵਾਲੇ ਬੰਦੇ ਆ, ਅਸੀਂ ਜਾਣਦੇ ਹਾਂ, ਜਿਹੜੇ ਜੱਟ ਦੇ 2 ਬੰਦੇ ਨੌਕਰੀ ਕਰਦੇ ਆ, ਉਹਦੀ ਵਾਹੀ ਵੀ ਚੰਗੀ ਆ, ਉਸ ਕਰਜ਼ਾ ਵੀ ਹੈ। ਜਿਹੜਾ ਜੱਟ ਸਿਰਫ ਖੇਤੀਬਾੜੀ ਨਿਰਭਰ ਕਰਦਾ, ਭਾਵੇਂ ਕੋਈ 25 ਕਿੱਲੇ ਵੀ ਜ਼ਮੀਨ ਹੈ, ਉਹ ਕਰਜ਼ਾ ਹੀ, ਉਹਦਾ ਬੁਰਾ ਹਾਲ ਹੈ। ਜਿੰਨਾ ਚਿਰ ਜ਼ਮੀਨ, ਜਿਸ ਤਰ੍ਹਾਂ ਬਾਹਰਲੇ ਕੰਟਰੀਆਂ 'ਚ, ਹੁਣ ਕੈਨੇਡਾ 'ਚ ਸਿਰਫ 1.5% ਵਸੋਂ ਜਿਹੜੀ ਆ ਉਹ ਖੇਤੀਬਾੜੀ ਕਰਦੀ ਹੈ। ਜਿੰਨਾ ਚਿਰ ਤੱਕ ਇੰਡੀਆ 'ਚ ਵਸੋਂ ਘੱਟ ਨਹੀਂ ਹੁੰਦੀ, ਖੇਤੀ ਦਾ ਬੋਝ ਨਹੀਂ ਘੱਟਦਾ, ਉਹਨਾਂ ਚਿਰ ਹੋਰ ਆਲਟਰਨੇਟਿਵ ਆਕੂਪੇਸ਼ਨ ਨਹੀਂ ਹੈਗੇ। ਮੈਂ ਤੁਹਾਨੂੰ ਦੱਸਦਾ, ਮੈਂ ਪਿੱਛੇ ਇੱਕ ਵਾਰੀ ਰਮਾਨੀਆ ਗਿਆ ਤਾਂ ਰਮਾਨੀਆ ਸਾਨੂੰ ਇੱਕ ਅੰਗੂਰਾਂ ਦੇ ਫਾਰਮ 'ਤੇ ਖੜਿਆ, ਨਾਲ ਉਹ ਵਾਈਨਰੀ ਸੀ, ਮਤਲਬ ਸ਼ਰਾਬ ਬਣਾਉਂਦੇ ਸੀ, ਬੜੀ ਕੀਮਤੀ ਸ਼ਰਾਬ ਬਣਦੀ। ਅਤੇ ਅੰਗੂਰ ਮੈਨੂੰ ਯਾਦ ਆ ਵੀ ਉਹ ਹਰੇ ਅੰਗੂਰ ਸਨ, ਏਡੇ ਏਡੇ ਵੱਡੇ ਅੰਗੂਰ ਅਤੇ ਹਰੇ, ਬਿਲਕੁਲ ਹਰੇ, ਇੱਦਾਂ ਲੱਗਦਾ ਕੱਚੇ ਆ, ਪਰ ਉਹ ਮਿੱਠੇ ਬੜੇ ਆ। ਅੱਛਾ, ਮੈਂ ਥੋੜ੍ਹੀ ਸਟੱਡੀ ਕੀਤਾ। ਉਹਨਾਂ ਕਿਹਾ ਜੀ ਇੱਥੇ ਜਿੰਨੇ ਵੀ ਸਾਡੇ ਐਗਰੀਕਲਚਰ ਫਾਰਮ ਨੇ ਨਾ, ਜਿੰਨੇ ਵੀ ਨੇ ਵੱਖਰੇ ਵੱਖਰੇ, ਕੋਈ ਅੰਗੂਰਾਂ ਲਾਇਆ, ਕੋਈ ਪੋਟੈਟੋ ਲਾਇਆ, ਕੋਈ ਡੇਅਰੀ ਆ ਜਾਂ ਦੂਜਾ, ਉਹਨਾਂ ਸਾਰਿਆਂ ਨਾਲ ਪ੍ਰੋਸੈਸਿੰਗ ਯੂਨਿਟ ਹੈ, ਉਹ ਚੀਜ਼ਾਂ ਉੱਥੇ ਵੀ ਪ੍ਰੋਸੈਸ ਹੋ ਜਾਂਦੀਆਂ ਨੇ। ਉਹਨਾਂ ਨੇ, ਮੈਂ ਪੁੱਛਿਆ ਤੁਹਾਡੇ ਐਗਰੀਕਲਚਰ ਦੇ ਵਸੋਂ ਕਿੰਨੀ ਡਿਪੈਂਡ ਕਰਦੀ ਹੈ? ਕਹਿੰਦੇ ਸਾਡੇ 40% ਵਸੋਂ ਜਿਹੜੀ ਆ ਉਹ ਐਗਰੀਕਲਚਰ 'ਤੇ ਡਿਪੈਂਡ ਕਰਦੀ ਹੈ। ਐਂਡ ਦੈਟ ਇਜ਼ ਦਾ ਰੀਜ਼ਨ ਦੈਟ ਐਗਰੀਕਲਚਰ ਇਜ਼ ਡੈਫੀਸਿਟ। ਇਹ ਰੀਜ਼ਨ ਆ। ਅਤੇ ਮੈਂ ਇੱਕਦਮ ਹੈ ਕਿਹਾ ਤੁਹਾਡੇ 40%, ਤੁਹਾਡੇ ਵੈਸੇ ਯੂਰਪ ਦੇ ਵਿੱਚ ਤਾਂ ਕਿਤੇ ਵੀ 5% ਤੋਂ ਜ਼ਿਆਦਾ ਨਹੀਂ ਹੈਗੀ। ਕਹਿੰਦੇ ਜਿਹੜੇ ਦੇਸ਼ 'ਚ ਵੀ ਸਾਡਾ, ਅਸੀਂ ਰਹੇ ਹਾਂ ਰਸ਼ੀਆ ਦੇ ਇਨਫਲੂਐਂਸ ਥੱਲੇ, ਜਿਹੜੇ ਦੇਸ਼ ਦੇ ਵਿੱਚ ਵੀ ਐਗਰੀਕਲਚਰ ਸ਼ਿਫਟ ਨਹੀਂ ਹੋਈ ਇੰਡਸਟਰੀਅਲ, ਉਹ ਉਸੇ ਦੇਸ਼ ਦੇ ਵਿੱਚ ਐਗਰੀਕਲਚਰ ਦਾ ਮਾੜਾ ਹਾਲ ਹੈ। ਜ਼ਿਆਦਾ ਡਿਪੈਂਡੈਂਸ ਜਿਹੜੀ ਹੈ ਨਾ ਉਹਦੇ ਕਰਕੇ। ਹਾਂ, ਉਹ ਕੰਟਰੀਆਂ 'ਚ ਇਸ ਵੇਲੇ ਬਚਾਅ ਇਸ ਕਰਕੇ ਆ ਕਿ ਉਹਨਾਂ ਦੀ ਪਾਪੂਲੇਸ਼ਨ ਬੜੀ ਥੋੜ੍ਹੀ ਹੈ, ਥੋੜ੍ਹੀ ਪਾਪੂਲੇਸ਼ਨ ਕਰਕੇ ਫਾਰਮ ਵੱਡੇ ਆ, ਫਾਰਮ ਦਾ ਸਾਈਜ਼ ਵੱਡਾ। ਹੁਣ ਇੰਡੀਆ ਦੇ ਵਿੱਚ ਜਿੱਥੇ ਐਵਰੇਜ ਸਾਈਜ਼ ਹੀ 1 ਏਕੜ ਦਾ ਹੋ ਗਿਆ,
ਜੇ ਉਸ ਸਾਈਜ਼ ਕਰੀਏ ਨਾ ਫਾਰਮ ਦਾ 1 ਏਕੜ ਦਾ ਹੈ, ਤੇ ਆਸਟ੍ਰੇਲੀਆ ਦਾ ਉਸ ਜਿਹੜਾ ਫਾਰਮ ਦਾ ਸਾਈਜ਼ ਹੈ ਉਹ 10,000 ਏਕੜ ਆ। ਇਹਦਾ ਮਤਲਬ ਹੈ ਵੀ 10,000 ਗੁਣਾ ਉਹਨਾਂ ਦੀ ਐਗਰੀਕਲਚਰ ਸਾਡੇ ਤੋਂ ਜ਼ਿਆਦਾ ਯੀਲਡ ਕਰ ਰਹੀ ਹੈ। ਠੀਕ ਹੈ। ਸੋ ਜਿੰਨਾ ਚਿਰ ਤੱਕ ਵੀ ਐਗਰੀਕਲਚਰ ਤੋਂ ਪਾਪੂਲੇਸ਼ਨ ਸ਼ਿਫਟ ਨਹੀਂ ਹੋਏਗੀ, ਉਹਨਾਂ ਚਿਰ ਤੱਕ ਹਿੰਦੁਸਤਾਨ ਦੀ ਪ੍ਰੋਸਪੈਰਿਟੀ ਦਾ ਮਤਲਬ ਹੀ ਨਹੀਂ ਕੋਈ ਲੱਗਦਾ। ਜੇ ਕਿਸਾਨ ਐਗਰੀਕਲਚਰ ਦਾ ਧੰਦਾ ਛੱਡ ਕੇ ਕੋਈ ਹੋਰ ਧੰਦਾ ਅਪਣਾਉਣਾ ਚਾਹਣ, ਇਸ ਗੱਲ ਹੈਗੀ ਹਾਂ, ਤੇ ਜੌਬ ਕਿੱਥੇ ਹੈਗਾ ਉਹਨਾਂ ਨੂੰ? ਸਾਰੇ ਕਿਹੜੇ ਲਾਉਣ? ਦੈਟ ਇਜ਼ ਅ ਚੈਲੰਜ ਉਹ ਹੀ ਆ, ਹੈ ਨਾ। ਜਾਂ ਤੇ ਉਹਨਾਂ ਦੇ ਜਾਂ ਤੇ ਉਹਨਾਂ ਨੂੰ ਅੱਗੇ ਕੋਈ ਜੌਬ ਹੋਵੇ। ਹੁਣ 1 ਏਕੜ ਜਿਵੇਂ ਕਹਿੰਦੇ ਹੋ ਤੁਸੀਂ, 1 ਏਕੜ ਜਾਂ 2 ਏਕੜ ਹੈ, ਪਰਿਵਾਰ ਦੇ ਜੀ 5-6 ਹੈਗੇ ਆ, ਤੇ ਉਹਨਾਂ ਦੇ ਬੱਚੇ ਵੀ ਜਵਾਨ ਹੋਏ ਆ। ਅੱਛਾ, ਉਹ 1-2 ਏਕੜ ਨਾਲ ਤਾਂ ਗੁਜ਼ਾਰਾ ਨਹੀਂ ਹੁੰਦਾ, ਪਰ ਉਹ ਕੀ ਕਰਨ? ਉਹ ਕੋਈ ਤਾਂ ਰੁਜ਼ਗਾਰ ਹੈ ਨਹੀਂ। ਉਹ ਫਿਰ ਮਜਬੂਰੀ ਬਣੀ ਹੈ ਨਾ, ਕਮਰਸ਼ੀਅਲ ਆ। ਹਾਂ, ਕੋਈ ਸਰਕਾਰ, ਕੋਈ ਸੰਸਥਾ। ਸਵਾਲ ਇਹੀ ਤੇ ਪੈਦਾ ਹੁੰਦਾ ਨਾ ਕਿ ਰੁਜ਼ਗਾਰ ਉਦੋਂ ਪੈਦਾ ਹੋਣਾ ਜਦੋਂ ਲੋਕਾਂ ਕੋਲ ਐਜੂਕੇਸ਼ਨ ਤੇ ਟ੍ਰੇਨਿੰਗ ਆਊਗੀ। ਜੇ ਬਿਨਾਂ ਐਜੂਕੇਸ਼ਨ ਤੇ ਬਿਨਾਂ ਟ੍ਰੇਨਿੰਗ ਦੇ ਤੇ ਕੋਈ ਰੁਜ਼ਗਾਰ ਹੋ ਨਹੀਂ ਸਕਦਾ। ਇਹਦਾ ਨਾ ਪਰ ਇਹ ਐਜੂਕੇਸ਼ਨ ਤੇ ਟ੍ਰੇਨਿੰਗ ਦੇਗਾ ਕੌਣ? ਕੋਈ ਸਰਕਾਰ ਸਿੰਸੀਅਰ ਹੈ ਨਹੀਂ। ਇੱਕ ਜਿਹੜਾ ਬਿੰਗ ਸਟੂਡੈਂਟ ਆਫ ਇਕਨੋਮਿਕਸ ਮੈਂ ਗੱਲ ਸਮਝਦਾ ਨਾ, ਪੰਜਾਬ ਦੀ ਜਾਂ ਇੰਡੀਆ ਦੀ ਜਿਹੜੀ ਬੇਰੁਜ਼ਗਾਰੀ ਹੈ ਨਾ, ਇਹਦੇ ਸਭ ਤੋਂ ਮਗਰ ਵੱਡਾ ਰੀਜ਼ਨ ਆ ਜਿਹੜਾ ਅਸੀਂ ਆਮ ਤੌਰ 'ਤੇ ਇਗਨੋਰ ਵੀ ਕਰਦੇ ਆ, ਉਹ ਸਾਹਮਣੇ ਹੀ ਨਹੀਂ ਆਉਂਦਾ। ਉਹ ਆ ਇਨਇਕੁਐਲਿਟੀ ਆਫ ਇਨਕਮ। ਹਾਂਜੀ, ਇਹ ਸਭ ਤੋਂ ਵੱਡਾ ਰੀਜ਼ਨ ਹੈ। ਹੁਣ ਮੈਂ ਤੁਹਾਨੂੰ ਸਾਬਤ ਕਰਕੇ ਛੋਟੀ ਦੱਸਣਾ। ਇਹ ਕਮਰੇ 2 ਪੱਖੇ ਲੱਗੇ ਆ, ਜੇ ਗਰਮੀ ਲੱਗੇਗੀ 3 ਲਾ ਲਾਂਗੇ, ਕੂਲਰ ਲਾ ਲਾਂਗੇ, AC ਲਾ ਦਿਆਂਗੇ, 4 ਸਾਲਾਂ ਬਾਅਦ AC ਇੱਕ ਇੱਧਰ ਵੀ ਲਾ ਦਿਆਂਗੇ। ਇੰਡਸਟਰੀ ਦੀ ਡਿਮਾਂਡ ਅਨਲਿਮਿਟਡ ਡਿਮਾਂਡ ਹੈ। ਬਿਲਕੁਲ। ਐਗਰੀਕਲਚਰ ਦੀ ਡਿਮਾਂਡ ਹੈ ਖਾਣਾ ਖਾਣ ਤੱਕ। ਇਹ ਤਾਂ ਨਹੀਂ ਯਾਰ ਸਸਤੀ ਕਣਕ ਹੋ ਗਈ, ਹੁਣ 4 ਖਾਇਆ ਕਰੋਗੇ ਕਾਕਾ, 4 ਫੁਲਕੇ ਖਾਇਆ ਕਰੋ, ਕਣਕ ਸਸਤੀ ਹੋ ਗਈ। ਇਹ ਨਹੀਂ ਗੱਲ ਹੈਗੀ, ਉਹ ਤਾਂ ਸਾਡੀ ਹੈਗੀ ਆ, ਸਾਡਾ ਨੈਸੈਸਿਟੀ ਆਫ ਲਾਈਫ ਹੈ। ਉਹ ਜਿੰਨੀ ਬੜੀ ਸਸਤੀ ਹੋ ਜਾਏ ਮਹਿੰਗੀ ਹੋ ਜਾਏ ਉਹ ਘਟਣੀ। ਇਹ ਜੇ ਸਸਤੀ ਹੋ ਜਾਏਗੀ ਨਾ, ਇੰਡਸਟਰੀ ਦੀ ਡਿਮਾਂਡ ਵੱਧ ਜਾਂਦੀ ਹੈ। ਇੰਡਸਟਰੀ ਦੀ ਡਿਮਾਂਡ ਨਹੀਂ ਹੈਗੀ ਇੰਡੀਆ 'ਚ, ਪੰਜਾਬ 'ਚ ਵੀ ਨਹੀਂ ਹੈਗੀ, ਇੰਡੀਆ 'ਚ ਵੀ ਨਹੀਂ ਹੈਗੀ। ਕਿਉਂ ਨਹੀਂ? ਇਨਇਕੁਐਲਿਟੀ ਬੜੀ ਹੈ। ਇਨਇਕੁਐਲਿਟੀ ਹੈ, ਲੋਕਾਂ ਕੋਲ ਬੇਅੰਤ ਪੈਸਾ ਇੱਕ ਪਾਸੇ ਪਿਆ ਆ, 95% ਬੰਦੇ ਕੋਲ ਪੈਸਾ ਹੀ ਨਹੀਂ ਵਿਚਾਰੇ ਕੋਲ। ਉਹ ਨਾ ਪੱਖਾ ਕੀ ਕਹਿਣਾ, ਉਹ ਬਿਜਲੀ ਵੀ ਲਵਾ ਸਕਦੇ ਘਰ। ਮੈਂ ਆਪਣੀ ਡਿਮਾਂਡ ਤਾਂ ਵੇਖੋ ਹੈਗੀ ਆ। ਹੁਣ ਪੰਜਾਬ ਦੇ ਵਿੱਚ ਜਿੰਨੇ ਹਾਊਸ ਹੋਲਡ ਆ, ਉਹਦੇ ਨਾਲੋਂ 3 ਜਾਂ 4 ਗੁਣਾ ਜ਼ਿਆਦਾ ਮੋਬਾਈਲ ਫੋਨ ਕਨੈਕਸ਼ਨ, ਸਮਾਰਟਫੋਨ ਹੈਗੇ ਨੇ। ਮਤਲਬ ਹੈ ਨਾ, ਜਿੰਨਾ ਪੈਸਾ ਰਿਲਾਇੰਸ ਨੂੰ ਇਹ ਫੋਨ ਰਿਚਾਰਜ ਕਰਨ ਤੇ ਪੰਜਾਬ ਦਾ ਪਰ ਹਾਊਸ ਹੋਲਡ ਦੇ ਰਿਹਾ, ਉਹ ਲਗਾਤਾਰ ਇੱਥੇ ਫੋਨ ਇਲੈਕਟ੍ਰੋਨਿਕਸ ਦੀ ਬਹੁਤ ਵੱਡੀ ਮਾਰਕੀਟ। ਉਹ ਜਾਨ ਫੋਨ ਇੱਥੇ ਬਣਨ। ਹਾਂਜੀ, ਹਾਂ, ਉਹੀ ਹੈ ਨਾ, ਇਹ ਗੱਲ ਬਣਦੇ ਨਹੀਂ, ਉਹਨੇ ਐਮਪਲੋਇਮੈਂਟ। ਹੁਣ ਇਹ ਗੱਲ ਇੱਥੇ ਆ ਗਈ ਕਿ ਪੰਜਾਬ ਦਾ ਜਿਹੜਾ ਕੰਜ਼ਿਊਮਰ ਆ, FMCG ਦਾ ਬਹੁਤ ਵੱਡਾ ਕੰਜ਼ਿਊਮਰ ਆ ਪੰਜਾਬ ਦਾ। ਪਰ ਤੁਸੀਂ ਇੱਥੇ ਕੋਈ ਇੰਡਸਟਰੀ ਕੋਈ ਦਿਖਾ ਦਿਓ, ਫੋਨ ਅਸੈਂਬਲੀ, ਉਹ ਤਾਮਿਲਨਾਡੂ 'ਚ ਲੱਗਣੀ ਹੈ ਜਾ ਕੇ। ਹਾਂਜੀ, ਜਿੰਨੀ ਵੀ ਤਰ੍ਹਾਂ ਦਾ ਜਿਹੜਾ ਪ੍ਰੋਡਕਟ ਆ, ਪੂਰੇ ਪੰਜਾਬ ਦੇ ਹਰ ਘਰ ਦੇ ਵਿੱਚ ਸਿਰਾਮਿਕ ਟਾਈਲ ਲੱਗ ਰਹੀ ਹੈ। ਹਰ ਘਰ 'ਚ ਕੋਈ ਘਰ ਨਹੀਂ ਹੈ ਜਿੱਥੇ ਜਿਹੜਾ ਨਵਾਂ ਬਣ ਰਿਹਾ ਉੱਥੇ ਹਰ ਤਰ੍ਹਾਂ ਦਾ ਜਿਹੜਾ ਸੈਨੀਟਰੀ ਦਾ ਪ੍ਰੋਡਕਟ ਆ। ਪੰਜਾਬ ਦੇ ਵਿੱਚ ਕਿਹੜਾ ਕਿਲਨ ਆ ਸਿਰਾਮਿਕ ਟਾਈਲ ਦਾ? ਉਹ ਸਾਰਾ ਗੁਜਰਾਤ 'ਚ। ਹਾਂਜੀ, ਇੱਥੇ ਸਿਰਫ ਇੱਟਾਂ ਦੇ ਭੱਠੇ ਹੀ ਆ। ਇੱਟਾਂ ਦੇ ਭੱਠਿਆਂ ਵਾਲਿਆਂ ਨੇ ਸਿਰਾਮਿਕ 'ਚ ਕਿਵੇਂ ਸ਼ਿਫਟ ਕਰਨਾ, ਕੋਈ ਇਹਦੀ ਕੋਈ ਸਟੱਡੀ ਨਹੀਂ ਹੈਗੀ। ਤੇ ਤਮਾਮ ਜਿਹੜੀਆਂ ਨੇ ਇੰਡਸਟਰੀਅਲ ਪ੍ਰੋਡਕਟਸ ਜਿਹੜੀ ਹੈ ਨਾ, ਤਾਂ ਹੀ ਵੱਧ ਸਕਦੀ ਆ ਜੇ ਇਨਕਮ ਥੋੜੀ ਇਨਕਮ ਦਾ ਭਾਅ ਜਿਹੜਾ ਨਾ ਉਹ ਉਹਨਾਂ ਲੋਕਾਂ ਵੱਲ ਜਾਏ ਜਿਹੜਾ ਨਹੀਂ ਹੈਗਾ। ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ। ਲੋਕਡਾਊਨ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਸ਼ੌਕ ਪੈਦਾ ਹੋਇਆ ਸਾਈਕਲਿੰਗ ਕਰਨ ਦਾ। ਔਰ ਇੰਨੀ ਕੁ ਸਾਈਕਲ ਦੀ ਡਿਮਾਂਡ ਆਈ ਕਿ ਸਾਈਕਲ ਮੁੱਕ ਗਏ ਉਹਨਾਂ 'ਚੋਂ, ਜਿਹੜੇ ਡੀਕੈਥਲਨ ਵਗੈਰਾ ਸਾਈਕਲ ਸਟੋਰਸ ਹੈਗੇ ਆ। ਉਹ ਸਾਰੇ ਦਾ ਸਾਰਾ ਸਾਈਕਲ ਚਾਈਨਾ ਦਾ ਬਣ ਕੇ ਇੱਥੇ ਆਉਂਦਾ। ਹੁਣ ਚਾਈਨਾ ਦੇ ਨਾਲ ਕਿਉਂਕਿ ਇੰਪੋਰਟ ਦੀਆਂ ਮੁਸ਼ਕਿਲਾਂ, ਇਸ ਕਰਕੇ ਸਾਈਕਲ ਬਹੁਤ ਮਹਿੰਗੇ ਹੋ ਗਏ। ਪੰਜਾਬ ਸਾਈਕਲਿੰਗ ਦਾ ਹੱਬ ਆ, ਪਰ ਇੱਥੋਂ ਦੇ ਜਿਹੜੇ ਸਾਈਕਲਿੰਗ ਮੈਨੂਫੈਕਚਰਿੰਗ ਯੂਨਿਟਸ ਆ, ਉਹਨਾਂ ਦੀ ਉਹ ਟਰਸਟ ਨਹੀਂ ਲੋਕਾਂ ਨਾਲ ਬਣਿਆ। ਉਹ ਕਹਿੰਦੇ ਜੀ ਸਾਈਕਲ ਲੈਣਾ ਤੇ ਉਹਨਾਂ ਦਾ ਲੈਣਾ। ਮਤਲਬ ਇੱਥੇ ਜਿਹੜੀ ਆ ਇੱਕ ਇੱਥੇ ਸਾਰੇ ਦਾ ਸਾਰਾ ਮੈਨੂਫੈਕਚਰਿੰਗ ਤੇ ਟ੍ਰੇਡ ਤੇ ਸਰਵਿਸ,
ਇਹਦੇ ਉੱਤੇ ਸਾਰੇ ਸਿਸਟਮ ਦਾ ਵੀ ਨਹੀਂ, ਇਹਦੇ ਵੱਲ ਕੋਈ ਬਾਹਰੋਂ ਲਈ ਆ ਉਹ ਚੀਜ਼ਾਂ। ਫੋਨ ਦੁਨੀਆ ਭਰ ਦਾ ਇੱਥੇ ਮੌਜੂਦ ਆ। ਪੂਰੇ ਪੰਜਾਬ ਜਿੰਨਾ ਸਾਊਥ ਕੋਰੀਆ ਦੀ ਸੈਮਸੰਗ ਨੂੰ ਪੈਸਾ ਵਟਾਉਂਦਾ ਉਹਨਾਂ ਸ਼ਾਇਦ ਹੀ ਹੋਰ ਕਿਤੋਂ ਜਾਂਦਾ ਹੋਵੇ। ਹਾਂਜੀ, ਰਿਲਾਇੰਸ ਰਿਚਾਰਜ ਹੁਣ ਇਹ ਕਹਿ ਰਿਹਾ ਜੀ ਆਹ ਕਰ ਦਿਓ ਅਸੀਂ ਆਹ ਕਾਰਪੋਰੇਟ ਨੂੰ। ਕਾਰਪੋਰੇਟ ਦੇ ਤਾਂ ਸਭ ਤੋਂ ਵੱਡੇ ਕੰਜ਼ਿਊਮਰ ਹੀ ਪੰਜਾਬੀ ਨੇ। ਸਭ ਤੋਂ ਵੱਡਾ ਕੰਜ਼ਿਊਮਰ ਪੰਜਾਬ 'ਚ ਇੰਡੀਆ ਦੇ ਵਿੱਚ ਕਾਰਪੋਰੇਟ ਦਾ ਕੰਜ਼ਿਊਮਰ ਪੰਜਾਬੀ ਹੈ। ਜੇ ਇਹਨਾਂ ਨੂੰ ਖੇਤੀ ਦੇ ਮੁੱਲ ਲੈਣੇ ਨੇ ਤੇ ਇਹਨਾਂ ਨੂੰ ਚਾਹੀਦਾ ਕਿ ਖੇਤੀ ਦੀ ਪ੍ਰੋਡਕਸ਼ਨ ਘਟਾ ਦੇਣ, ਯੀਲਡ ਘਟਾ ਦੇਣ, ਕੁਆਲਿਟੀ ਯੀਲਡ ਕਰਨ। ਕਿਉਂਕਿ ਤੁਹਾਨੂੰ ਇਕਨੋਮਿਕਸ ਦਾ ਸਿੰਪਲ ਰੂਲ ਹੈ, ਕੋਈ ਵੀ ਚੀਜ਼ ਦੀ ਜਦੋਂ ਓਵਰ ਸਪਲਾਈ ਹੋ ਜੂਗੀ ਉਹਦੀ ਪ੍ਰਾਈਸ ਡਾਊਨ ਆਉਣੀ ਹੈ। ਇਹਨਾਂ ਨੂੰ ਤਾਂ ਇਹੀ ਚਾਹੀਦਾ ਕਿ ਇੱਕ ਸਾਲ ਇਹ ਕ੍ਰੌਪ ਹੌਲੀਡੇ ਜਿਹੜਾ ਇੱਕ ਕ੍ਰੌਪ ਹੌਲੀਡੇ ਪੰਜਾਬ 'ਚ ਆ ਜੇ ਝੋਨੇ ਦਾ, ਉਹਦਾ ਕੀ ਹੋਊਗਾ ਫਾਇਦਾ? ਇੱਕ ਕ੍ਰੌਪ ਤੁਸੀਂ ਕਲਪਨਾ ਕਰੋ ਜਰਾ, ਪੰਜਾਬ 'ਚ ਇੱਕ ਕ੍ਰੌਪ ਹੌਲੀਡੇ ਆ ਜੇ, ਇੱਕ ਸੈਸ਼ਨ ਜਿਹੜਾ ਇੱਕ ਫਸਲ ਝੋਨੇ ਦੀ ਨਾ ਬੀਜੀ ਜਾਵੇ। ਜਿੰਨੀਆਂ MNC ਇੱਥੇ ਪੈਸਟੀਸਾਈਡ ਵੇਚਦੀਆਂ ਸਾਰੀਆਂ ਚੀਕਣਗੀਆਂ, ਸਾਰਿਆਂ ਦੀ ਉਸ ਫਸਲ ਦੇ ਵਿੱਚ ਪੈਸਟੀਸਾਈਡ ਜਿਹੜਾ। ਪੰਜਾਬ ਤਾਂ ਮਾਨਸੈਂਟੋ ਨੂੰ ਵੀ ਰੋਟੀ ਦਿੰਦਾ, ਬੇਅਰ ਨੂੰ ਵੀ ਰੋਟੀ ਦਿੰਦਾ, ਸੀਬਾ ਗਾਇਗੀ ਨੂੰ ਵੀ ਰੋਟੀ ਦਿੰਦਾ, ਆਪਣਾ ਜਿਹੜੇ ਹੈਗੇ ਆ ਰਿਲਾਇੰਸ ਨੂੰ ਵੀ ਦਿੰਦਾ। ਇਹ ਜਿੰਨਾ ਪੰਜਾਬ ਦਾ ਕੰਜ਼ਿਊਮਰ ਮਤਲਬ ਆਪਣੀ ਲੁਟਾਈ ਖਾ ਰਿਹਾ ਉਹਨਾਂ ਦੇ ਸ਼ਾਇਦ ਹੀ ਕਿਤੇ ਹੋਊਗਾ। ਸਾਰੇ ਗੱਲਾਂ ਜਿਹੜੀ ਤੁਸੀਂ ਕਹਿ ਰਹੇ ਹੋ ਪੋਸੀਬਲ ਨਹੀਂ ਹੈਗੀਆਂ। ਮਤਲਬ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਗੱਲ ਜਾਂ ਤੇ ਉਹਨੂੰ ਫਿਰ ਜਿਹਾ ਵੀ ਇੱਕ ਐਵਰੇਜ ਕੱਢਦੇ ਆ ਕਿ ਫਾਰਮਰ ਦੀ ਆਮਦਨ ਐਵਰੇਜ 1800-1000 ਰੁਪਈਆ ਸਿਰਫ ਹੈਗੀ ਆ ਸਾਲ ਦੀ, ਜਾਂ ਫਿਰ ਸਾਰੇ ਜਿਹੜੇ ਫਾਰਮਰ ਹੈਗੇ ਨੇ ਉਹਨਾਂ ਨੂੰ 18,000 ਕੋਈ ਦੇ ਤੇ ਉਹ ਹਾਲੀਡੇ ਕਰ ਦੇਣਗੇ। ਤੇ ਜੇ ਨਹੀਂ ਤੇ ਫਿਰ ਉਹਨੇ ਵੀ ਆਪਣੀ ਰੋਟੀ ਪਾਣੀ ਤੇ ਖਾਣਾ ਹੀ ਹੈ। ਨਹੀਂ ਮੈਂ ਸਿਰਫ ਇਹੀ ਗੱਲ ਤੁਹਾਨੂੰ ਦੱਸਣੀ ਗੱਲ ਤੁਹਾਡੀ ਜਾਇਜ਼ ਆ ਕਿ ਇਹਦੇ 'ਚ ਕਿਸਾਨ ਦੀ ਰੋਟੀ ਨਹੀਂ ਹੈਗੀ। ਸਭ ਤੋਂ ਅਜੀਬ ਕਹਾਣੀ ਜਿਹੜੀ ਇਸ ਵੇਲੇ ਜਿੰਨਾ ਵੀ ਫਾਰਮ ਬਿੱਲਾਂ ਇਨਪੁਟ ਸਾਰੀਆਂ ਬਾਹਰੋਂ ਕੱਢੀ, ਇਹ ਤਾਂ ਰੋਟੀ ਕਿਸਾਨ ਦੇ ਨਾਂ ਤੇ ਆ। ਇਹ ਕਿਸਾਨ ਦੀ ਰੋਟੀ ਨਹੀਂ ਗੀ, ਇਹ ਮਹਿੰਦਰਾ ਦੀ ਰੋਟੀ ਹੈ ਜੀ, ਇਹ HDFC ਬੈਂਕ ਦੀ ਰੋਟੀ ਹੈ। ਫਾਰਮ ਕ੍ਰੈਡਿਟਸ ਕਿੱਥੋਂ ਆ ਰਹੇ ਨੇ? FMCG ਕ੍ਰੈਡਿਟਸ ਕਿੱਥੋਂ ਆ ਰਹੇ ਨੇ? ਇਹ ਆ ਰਿਹਾ ਬਜਾਜ ਅਲਾਇੰਸ ਤੋਂ, HDFC ਤੋਂ। ਜਿੰਨੀਆਂ ਵੀ ਮੌਨਸੈਂਟੋ ਤੇ ਸਾਰੀਆਂ ਵੱਡੀਆਂ ਕੰਪਨੀਆਂ ਇਹ ਪੰਜਾਬ 'ਚੋਂ ਆਪਣੇ ਉਹ ਕਰ ਰਹੀਆਂ। ਜਿੰਨੇ FCI ਦੇ ਮੁਲਾਜ਼ਮ, ਜਿੰਨੇ ਫੂਡ ਗ੍ਰੇਨ ਆਪਰੇਸ਼ਨਸ ਦੇ ਅਫਸਰ ਜਿਹੜੇ ਨੇ, ਫੂਡ ਸਪਲਾਈ ਇੰਸਪੈਕਟਰ, ਮੰਡੀਆਂ ਦੇ ਪੱਲੇਦਾਰ ਤੋਂ ਲੈ ਕੇ ਤੇ ਮੰਤਰੀ ਜਿਹੜਾ ਹੈਗਾ ਫੂਡ ਸਪਲਾਈ ਮੰਤਰੀ, ਉੱਥੋਂ ਤੱਕ ਦੀ ਜਿਹੜੀ ਇਨਕਮ ਆ ਉਹ ਤਾਂ ਕਿਸਾਨ ਦੇ ਸਿਰੋਂ ਰਹੀ ਆ, ਪਰ ਉਹ ਕਿਸਾਨ ਦੀ ਆਮਦਨ ਨਹੀਂ ਹੈਗੀ। ਉਹਦੇ ਕੋਲੋਂ ਆ ਰਹੀ ਆ, ਉਹਦਾ ਸੋਰਸ ਕਿਸਾਨ ਆ, ਪਰ ਕਿਸਾਨ ਦੀ ਜੇਬ ਦੇ ਵਿੱਚ। ਕੁਲਵੰਤ ਸਿੰਘ ਵਿਰਕ ਨੇ ਇੱਕ ਵਾਰੀ ਬੜਾ ਸੋਹਣਾ ਲਿਖਿਆ ਸੀ, ਕਹਿੰਦਾ ਵੀ ਜਿਹੜਾ 21 ਪੱਤਾਂ ਵਾਲਾ ਜੱਟ ਹੈ ਨਾ, 21 ਪੱਤਾਂ ਵਾਲਾ ਜੱਟ ਜਿਹਨੂੰ ਆਪਾਂ ਕਹਿੰਦੇ ਆ, ਵੀ ਇੰਨੇ ਤਰ੍ਹਾਂ ਦੇ ਉਹ ਪ੍ਰੋਫੈਸ਼ਨਸ ਨੂੰ ਉਹ ਦਿੰਦਾ ਦਾਣੇ। ਜਦੋਂ ਫਸਲ ਆਉਂਦੀ ਹੈ ਤੇ ਹਰ ਤਰ੍ਹਾਂ ਦੇ ਪ੍ਰੋਫੈਸ਼ਨ ਵਾਸਤੇ ਉਹਦੇ ਫਸਲ ਦੀਆਂ ਢੇਰੀਆਂ ਪੈਂਦੀਆਂ ਵੀ ਜਿੰਨੇ ਵੀ ਸੇਪੀ ਜਿੰਨੇ ਵੀ ਸੇਪੀ ਉਹਦੇ ਹੈਗੇ ਆ ਉਹਨਾਂ ਨੂੰ ਦੇਣੀਆਂ। ਕਹਿੰਦਾ ਜਿਹੜੀ ਉਹਦੀ ਆਪਣੀ ਢੇਰੀ ਹੁੰਦੀ ਉਹ ਸਭ ਤੋਂ ਛੋਟੀ ਹੁੰਦੀ ਹੈ, ਪਰ ਫਿਰ ਵੀ ਉਹਨੂੰ ਇਹ ਖੁਸ਼ੀ ਹੁੰਦੀ ਵੀ ਜਿੰਨਿਆਂ ਨੂੰ ਉਹਨੇ ਦਿੱਤਾ ਵਾ ਉਹ ਤੇ ਉਹਨੇ ਦਿੱਤਾ ਨਾ, ਆਪਣੀ ਜੇਬ 'ਚ ਕੁਛ ਨਹੀਂ ਬਚਿਆ ਅਖੀਰ 'ਚ। ਸ਼ਾਹੂਕਾਰ ਨੇ ਵੱਖਰਾ ਹਿੱਸਾ ਲੈ ਜਾਣਾ, ਭਾਂਡਿਆਂ ਵਾਲੇ ਨੇ ਵੱਖਰਾ ਹਿੱਸਾ ਲੈ ਜਾਣਾ, ਜੁੱਤੀਆਂ ਵਾਲੇ ਨੇ ਵੱਖਰਾ ਲੈ ਜਾਣਾ ਸੀਗਾ, ਜਿਹੜਾ ਉਹਦਾ ਸੀਰੀ ਸੀ ਉਹਨੇ ਵੱਖਰਾ ਹਿੱਸਾ ਲੈ ਜਾਣਾ ਸੀਗਾ, ਸਰਕਾਰ ਨੇ ਵੱਖਰਾ ਹਿੱਸਾ ਲੈ ਜਾਣਾ, ਪਟਵਾਰੀ ਨੇ, ਰੈਵਨਿਊ ਨੇ, ਹਰ ਤਰ੍ਹਾਂ ਦੇ ਉਹਨੇ ਹਿੱਸੇ ਦੇ ਕੇ ਤੇ ਜਿਹੜਾ ਉਹਦੇ ਕੋਲ ਬਚਣਾ ਵਾ ਉਹਦੇ ਲਈ ਉਹਨੇ ਫੇਰ ਸ਼ਾਹੂਕਾਰ ਕੋਲ ਜਾਣਾ ਵੀ ਹੁਣ ਮੈਂ ਫਸਲ ਬੀਜਣੀ ਆ ਤੇ ਤਕਾਵੀ ਐਡਵਾਂਸ ਲੋਨ ਜਿਹੜਾ ਉਹਨੂੰ ਦੇਣਾ। ਅੱਜ ਕੱਲ੍ਹ ਹਰ ਪ੍ਰਾਂਤ ਦੇ ਵਿੱਚ ਜੋਤਾਂ ਘਟ ਰਹੀਆਂ ਨੇ, ਹੋਲਡਿੰਗ ਜਿਹੜੀ ਹੈ ਨਾ ਰਿਡਿਊਸ ਹੋ ਰਹੀ ਹੈ। 1971 ਦੇ ਵਿੱਚ ਪੰਜਾਬ 'ਚ 37% ਕਿਸਾਨ ਉਹ ਸਨ ਜਿਨ੍ਹਾਂ ਕੋਲ 2.5 ਕਿੱਲੋ ਥੱਲੇ ਜ਼ਮੀਨ ਸੀ। ਅੱਜ ਕਿੰਨੇ ਸਾਲ ਹੋ ਗਏ, 71 ਤੋਂ ਬਾਅਦ 50 ਸਾਲ ਬਾਅਦ ਉਹ ਘਟ ਕੇ 14% ਰਹੇ। 14% ਨੇ ਜਿਨ੍ਹਾਂ ਕੋਲ 2.5 ਕਿੱਲੋ ਥੱਲੇ ਨੇ, ਘਟ ਗਏ ਨੇ। ਇੱਧਰ ਤੋਂ ਵਧੇ ਨਹੀਂ ਨਾ। ਦੂਜੇ ਪਾਸੇ ਇੰਡੀਆ 'ਚ ਉਸ ਵੇਲੇ ਜਿਹਦੇ ਵੇਲੇ ਦੀ ਗੱਲ ਮੈਂ ਕਰ ਰਿਹਾ
ਉਸ ਵੇਲੇ 36% ਕਿਸਾਨ ਸੀ ਇੰਡੀਆ ਲੈਵਲ 'ਤੇ ਜਿਹੜੇ ਮਾਰਜਨਲ ਸਨ, ਜਿਹਨੂੰ 74% ਹੋ ਗਿਆ, ਵੱਧ ਗਏ। ਦੂਜੇ ਪਾਸੇ ਸਭ ਤੋਂ ਘੱਟ ਮਾਰਜਨਲ ਫਾਰਮਰ ਪੰਜਾਬ 'ਚ ਨੇ, ਨਾਗਾਲੈਂਡ ਨੂੰ ਛੱਡ ਕੇ। ਦੂਜੇ ਪਾਸੇ ਸਭ ਤੋਂ ਜ਼ਿਆਦਾ ਪਰਸੈਂਟੇਜ ਲਾਰਜ ਫਾਰਮਰ ਦੀ, ਜਿਨ੍ਹਾਂ ਦੀ 25 ਏਕੜ ਤੋਂ ਜ਼ਿਆਦਾ ਹੋ ਗਏ ਆ ਪੰਜਾਬ 'ਚ। ਪੰਜਾਬ 'ਚ ਇਹੋ 60% ਕਿਸਾਨ ਹੋ ਰਹੇ ਜਿਨ੍ਹਾਂ ਦੀਆਂ 25 ਏਕੜ ਤੋਂ ਜ਼ਿਆਦਾ ਜ਼ਮੀਨਾਂ ਨੇ। ਇੰਡੀਆ ਦੇ ਲੈਵਲ 'ਤੇ ਪਤਾ ਕਿੰਨੀਆਂ ਨੇ? 0.6 ਮਤਲਬ 1% ਤੋਂ ਵੀ ਘੱਟ। ਫਿਰ ਦੂਜੀ ਪਾਸੇ ਤਾਂ ਗੱਲ ਹੈ ਕਿ ਇਹ ਵੱਧ ਰਹੀਆਂ ਨੇ। ਪੰਜਾਬ ਦੀ ਜ਼ਮੀਨ ਹੀ ਇੰਡੀਆ ਦਾ 1.5% ਆ। ਹਾਂ 1.5%। ਦੂਜੀ ਗੱਲ ਹੈ ਕਿ ਇਹ ਜਿਹੜੀਆਂ ਲਾਰਜ ਸਕੇਲ ਹੋਲਡਿੰਗ ਨੇ ਵੱਧ ਰਹੀਆਂ ਨੇ, ਮਾਰਜਨਲ ਹੋਲਡਿੰਗ ਘੱਟ ਰਹੀਆਂ ਨੇ। ਇੱਥੇ ਗੱਲ ਆਉਂਦੀ ਹੈ ਤੁਹਾਡੀ ਸੈਂਟੀ ਲੈਂਡ ਦਾ। ਉਹ ਸੈਂਟੀ ਲੈਂਡ ਦਾ ਉਹ ਨੇ ਕਿਉਂਕਿ ਕੇਰਲਾ ਤੋਂ ਬਾਅਦ ਪੰਜਾਬ ਉਹ ਸਟੇਟ ਆ ਜਿਹਦੇ ਮੈਕਸੀਮਮ ਬੰਦੇ ਬਾਹਰ ਗਏ ਆ। ਅੱਛਾ, ਉਹ ਪਹਿਲੋਂ ਟ੍ਰੈਂਡ ਉਹਨਾਂ ਦਾ ਹੁੰਦਾ ਸੀ ਕਿ ਬੰਦੇ ਬਾਹਰ ਜਾਂਦੇ ਸੀ ਅਤੇ ਉਹਨਾਂ ਦਾ ਮਾਂ ਪਿਓ ਇੱਥੇ ਰਹਿੰਦਾ ਸੀ ਅਤੇ ਉਹਨੂੰ ਪੈਸੇ ਭੇਜਦੇ ਵੀ ਖਰੀਦ ਲੈ। ਇਹੋ ਵਜ੍ਹਾ ਸੀ ਦੁਆਬੇ ਦੇ ਵਿੱਚ ਜਦੋਂ ਆਮ ਕੀਮਤ ਜਿਹੜੀ ਇਹ ਕਣਕ ਦੀ ਆਪਣੀ ਜ਼ਮੀਨ ਦੀ ਮੈਨੂੰ ਯਾਦ ਹੈ 60 'ਚ 65 ਤੱਕ 2000 ਰੁਪਇਆ ਏਕੜ ਦੀ ਹੁੰਦੀ ਸੀ। ਦੁਆਬੇ 40,000 ਏਕੜ ਹੁੰਦੀ ਸੀ। ਅੱਛਾ, ਉਦੋਂ 60 'ਚ। ਹੁਣ ਤੁਸੀਂ ਵੇਖੋ ਦੁਆਬੇ ਦਾ ਅਤੇ ਦਰਜੇ ਇਲਾਕੇ ਦਾ ਫਰਕ ਨਹੀਂ ਰਹਿ ਗਿਆ। ਰੀਜ਼ਨ ਕੀ ਹੋ ਗਿਆ ਕਿ ਹੁਣ ਉਹ ਲੋਕ ਜਿਹੜੇ ਨੇ ਵੇਚਣ ਲੱਗ ਪਏ ਆ। ਹੁਣ ਹਰ ਬੰਦਾ ਵੇਚ ਰਿਹਾ। ਹੁਣ ਉਹ ਬਜਾਏ ਕਿ ਖਰੀਦਣ ਦੇ, ਉਹ ਹੁਣ ਵੇਚਣ ਵਾਲੇ ਸੈਲਰ ਬਣ ਗਏ ਆ। ਜ਼ਮੀਨ ਦੀ ਸਪਲਾਈ ਵੱਧ ਗਈ ਅਤੇ ਡਿਮਾਂਡ ਘੱਟ ਗਈ। ਖਰੀਦਣ ਵਾਲੇ ਘੱਟ ਨੇ, ਖਰੀਦਣ ਵਾਲੇ ਕੋਲ ਪੈਸਾ ਨਹੀਂ। ਦੂਜੀ ਗੱਲ ਮੁਸੀਬਤ ਇਹ ਆ ਵੀ ਇੱਥੇ ਜਿਹੜੀ ਜ਼ਮੀਨ ਖਰੀਦੀ ਆ ਨਾ, ਉਹ ਫਾਰਮਰ ਨੇ ਨਹੀਂ ਖਰੀਦੀ, ਉਹ ਰੀਅਲ ਏਸਟੇਟ ਵਾਲਿਆਂ ਨੇ। ਉਹ ਜ਼ਮੀਨ ਖਰੀਦੀ ਆ ਜਾਂ ਡਾਕਟਰਾਂ ਨੇ ਜਾਂ ਕਰਪਟ ਆਫਿਸਰ ਨੇ, ਜਾਂ ਉਹ ਖਰੀਦੀ ਆ ਕਿ ਤਗੜੇ ਟਰੇਡਰ ਨੇ, ਵਪਾਰੀ ਨੇ, ਜਿਹਦਾ ਸ਼ੈਲਰ ਆ ਨਾਲ ਉਹ ਸਪੋਰਟ ਕਰਨ ਦੇ ਆ, ਉਹਨਾਂ ਨੇ ਖਰੀਦੀ ਆ। ਜੱਟ ਕਿਸੇ ਨੇ ਜ਼ਮੀਨ ਨਹੀਂ ਖਰੀਦੀ, ਨਾ ਉਹ ਖਰੀਦ ਸਕਦਾ। ਮੈਨੂੰ ਯਾਦ ਹੈ ਮੈਂ ਆਪਣੇ ਪਿੰਡ ਵਿੱਚ ਜ਼ੋਰ ਲਾ ਕੇ ਮਰ ਗਿਆ ਵੀ ਇੱਕ ਮੇਰੇ ਵਿਚਾਰੇ ਵਾਕਫ ਸੀ। ਮੈਂ ਕਿਹਾ ਯਾਰ ਆਪਣੇ ਭਰਾਵਾਂ ਨੂੰ ਮੈਂ ਕਿਹਾ ਜ਼ਮੀਨ ਹੀ ਨਾ ਹੁੰਦੇ ਜੇ। ਉਹਨਾਂ ਨੇ 10 ਸਾਲ ਡਿੱਕਿਆ ਅਸੀਂ ਜ਼ਮੀਨ ਆਪਣੇ ਚਾਚੇ ਦੇ ਮੁੰਡਿਆਂ ਨੂੰ ਦੇਣੀ ਆ, ਨਹੀਂ ਦੇਣੀ ਬਾਹਰ। ਉਹਨਾਂ ਕੋਲ ਪੈਸੇ ਹੀ ਨਹੀਂ ਬਣੇ ਗਰੀਬਾਂ ਨੂੰ। ਹੁਣ ਉਹਨਾਂ ਨੇ ਹਾਰ ਕੇ ਉਹਨੇ ਕਹਿੰਦੀ ਅਸੀਂ ਤਾਂ ਪਤਾ ਨਹੀਂ ਸਾਲ 2 ਸਾਲ ਕੱਢਣੇ ਅਗਲੇ ਨਹੀਂ ਕੱਢਣੇ, ਸਾਡੇ ਮੁੰਡਿਆਂ ਵਾਸਤੇ ਪ੍ਰੋਗਰਾਮ ਪੈਣਗੇ, ਅਸੀਂ ਜ਼ਮੀਨ ਵੇਚ ਦੇਣੀ। ਉਹਨੂੰ ਵੇਚ ਗਏ ਨੇ, ਮੈਨੂੰ ਦੱਸਣ ਤੋਂ ਬਗੈਰ ਹੀ ਵੇਚ ਗਏ। ਉਹ ਜਿਹੜੇ ਸੈਂਟੀ ਲਾਰਡ ਜਿਹੜਾ ਨਾ ਇਹ ਵੱਧ ਰਿਹਾ ਆ ਇਮੀਗ੍ਰੇਸ਼ਨ ਦੀ ਵਜ੍ਹਾ ਕਰਕੇ, ਜਾਂ ਉਹਨਾਂ ਲੋਕਾਂ ਵੱਲੋਂ ਜਿਹੜੀ ਜ਼ਮੀਨ ਹੁਣ ਉਹਨਾਂ ਲੋਕਾਂ ਦੇ ਕਬਜ਼ੇ 'ਚ ਆਈ ਜਾ ਰਹੀ ਆ। ਜਿਹੜੇ ਮੈਂ ਤੁਹਾਨੂੰ ਲਾਰਜ ਸਕੇਲ ਦੀ ਦੱਸੀ ਆ, ਲਾਰਜ ਸਕੇਲ ਵਾਲੇ ਕਿਸੇ ਜੱਟ ਕੋਲ ਜ਼ਮੀਨ ਨਹੀਂ ਜਾਏਗੀ। ਉਹ ਜਾਂ ਕਰਪਟ ਆਫਿਸਰ ਕੋਲ ਆ, ਜਾਂ ਡਾਕਟਰ ਕੋਲ ਆ, ਜਾਂ ਵਪਾਰੀ ਕੋਲ ਆ, ਜਾਂ ਕਿਸੇ ਠੇਕੇਦਾਰ ਕੋਲ ਆ। ਉਹ ਆਪ ਖੇਤੀ ਨਹੀਂ ਕਰਦੇ, ਉਹ ਠੇਕਾ ਲੈਂਦੇ ਆ। ਠੇਕੇ ਵੀ ਇੰਨੇ ਜ਼ਿਆਦਾ ਹੋ ਗਏ ਆ ਵੀ ਜਿਹੜਾ ਬੰਦਾ ਅਸੀਂ ਬਹੁਤ ਵਾਰੀ ਸੋਚਦੇ ਯਾਰ ਕੱਢਦਾ ਕੀ ਹੋਏਗਾ ਵਿੱਚੋਂ 50 ਜ਼ਮੀਨ ਦਾ ਠੇਕਾ ਲੈਣ ਵਾਲੇ ਆ ਨਾ, ਉਹ ਸਾਰੇ ਇਨਕਮ ਟੈਕਸ ਪੇਈ ਆ। ਕਾਗਜ਼ਾਂ 'ਚ ਉਹ ਕਿਸਾਨ ਆ, ਯਾਰ ਟੈਕਸ ਇਨਕਮ ਟੈਕਸ ਪੇਈ ਨੇ। ਕਾਗਜ਼ਾਂ 'ਚ ਉਹ ਕਿਸਾਨ ਨੇ। ਜਿਹੜੇ ਬਾਹਰਲੇ ਨੇ ਜਾਂ ਜਿਹੜਾ ਡਾਕਟਰ ਆ ਜਾਂ ਜਿਹੜਾ ਕਰਪਟ ਆਫਿਸਰ ਆ, ਸਾਰੇ ਇਨਕਮ ਟੈਕਸ ਪੇ ਕਰਨ ਵਾਲੇ ਆ। ਉਹ ਲੋਕ ਕਿਉਂਕਿ ਐਗਰੀਕਲਚਰ ਇਨਕਮ ਉਹ ਕਿਸੇ ਅਕਾਊਂਟ 'ਚ ਨਹੀਂ ਆਉਣੀ, ਉਹਨਾਂ ਨੂੰ ਇਹਦੀ ਵੀ ਐਗਜ਼ੈਂਪਸ਼ਨ ਮਿਲੀ ਆ। ਪੰਜਾਬ ਦੇ ਵਿੱਚ ਤੁਸੀਂ ਇੱਕ ਦਵਿੰਦਰ ਸ਼ਰਮਾ ਦੀ ਰਿਪੋਰਟ ਆ ਵੀ 10,000 ਹੈਕਟੇਅਰ ਦੇ ਪਿੱਛੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਗਿਣਤੀ ਜਿਹੜੀ ਟਰੈਕਟਰਾਂ ਦੀ ਪੰਜਾਬ 'ਚ ਹੈ। ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੁਲਕ ਦੇ ਵਿੱਚ ਫਾਰਮ ਇਨਪੁਟਸ ਜਿਹੜੇ ਬਿਜਲੀ ਹੈ ਉਹ ਪੰਜਾਬ ਦੇ ਵਿੱਚ ਖਪਤ ਕੀਤੀ ਜਾਂਦੀ ਹੈ। ਫਰਟੀਲਾਈਜ਼ਰ ਪੰਜਾਬ ਜਾਂਦੇ ਆ, ਇਵਨ ਡਬਲ ਹੋ ਰਹੇ ਆ, ਡਬਲ ਆ ਇੰਡੀਆ ਦੇ ਲੈਵਲ ਤੇ ਜਿਹੜੇ ਆ ਜਿਹੜੀਆਂ ਪੈਸਟੀਸਾਈਡਸ ਨੂੰ ਜਾਂ ਜਿਹੜੇ ਵੀਡੀਸਾਈਡਸ ਨੂੰ ਦੁਨੀਆ 'ਚ ਬੈਨ ਕੀਤਾ ਗਿਆ, ਇਹ ਜਿਹੜਾ ਰਾਉਂਡ ਅਪ ਹੈ, ਇੱਕ ਬੰਦੇ ਨੇ ਆਪਣੇ ਲੌਨ ਦੇ ਵਿੱਚ ਰਾਉਂਡ ਅਪ ਯੂਜ਼ ਕੀਤਾ ਸੀ ਅਮਰੀਕਾ 'ਚ, ਉਹਨੂੰ ਹੋ ਗਿਆ ਕੈਂਸਰ। ਉਹਨੇ ਰਾਉਂਡ ਅਪ ਦੇ ਉੱਤੇ ਮੌਨਸੈਂਟੋ 'ਤੇ ਕੇਸ ਕੀਤਾ ਤੇ ਕਈ ਮਿਲੀਅਨ ਜਿਹੜੇ ਆ ਮਤਲਬ ਡਾਲਰਸ ਦਾ ਅਦਾਲਤ ਨੇ ਮੌਨਸੈਂਟੋ ਨੂੰ ਕੀਤਾ, ਪੈਨਲਟੀ ਪਾਈ। ਉਹ ਰਾਉਂਡ ਅਪ ਜਿਹੜਾ ਵਾ ਪੰਜਾਬ 'ਚ ਘਰ ਘਰ 'ਤੇ ਤੁਸੀਂ ਕਿਤੇ ਚੱਲ ਜਾਓ ਰਾਉਂਡ ਅਪ ਯੂਜ਼ ਹੋਇਆ ਮਿਲਦਾ। ਮਤਲਬ ਇਹ ਪੰਜਾਬ ਕੋਈ ਦੁਨੀਆ ਤੋਂ ਵੱਖਰੀ ਸਟੇਟ ਆ, ਇੱਥੇ ਦਵਾਈਆਂ ਜ਼ਹਿਰ ਅਸਰ ਨਹੀਂ ਕਰਦੇ, ਜਾਂ ਇੱਥੋਂ ਦਾ ਜਿਹੜਾ ਪਾਣੀ ਹੈ, ਜਦੋਂ ਪੂਰੇ ਮੁਲਕ ਦੇ ਵਿੱਚ ਵਾਟਰ ਟ੍ਰੇਨਾਂ ਚੱਲਦੀਆਂ
ਪਾਣੀ ਦੀ ਕਿੱਲਤ ਆ ਜਾਂਦੀ ਆ, ਟ੍ਰੇਨ ਦੇ ਨਾਲ ਪਾਣੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਾ। ਇੱਥੇ 30 ਲੱਖ ਹੈਕਟੇਅਰ ਜਿਹੜਾ ਹੈਗਾ ਪਾਣੀ, ਉਹਦੇ ਤੇ ਪਾਣੀ ਫਲੱਡਿੰਗ ਕੀਤੀ ਜਾਂਦੀ ਹੈ, ਝੀਲ ਬਣਾ ਦਿੱਤੀ ਜਾਂਦੀ ਹੈ ਵੀ ਆ ਪਾਣੀ ਜਿਹੜਾ ਹੈਗਾ। ਸੋ ਇਹ ਜਿਹੜਾ ਮਾਡਲ ਆ ਖੇਤੀ ਦਾ, ਇਹਦਾ ਤੇ ਕੋਈ ਕਿਤੇ ਵੀ ਕੋਈ ਜਵਾਬ ਹੀ ਨਹੀਂ ਹੈਗਾ। ਔਰ ਤੁਹਾਡੇ ਸਾਹਮਣੇ ਹੀ ਇਹ ਸਬਮਰਸੀਬਲ ਮੋਟਰਾਂ ਕਿਵੇਂ ਮਤਲਬ ਉਹਨਾਂ ਨੇ ਸੈਂਟਰੀਫਿਊਗਲ ਨੂੰ ਰਿਪਲੇਸ ਕਰਕੇ ਸਬਮਰਸੀਬਲ ਆ ਗਈਆਂ। ਤੇ ਉਹੀ 40 ਕੁ ਸਾਲ ਦੇ ਵਿੱਚ ਹੁਣ ਵੀ ਹਰਭਜਨ ਬਾਜਵਾ ਸਾਹਿਬ ਦੀ ਤਸਵੀਰ ਵੇਖ ਰਿਹਾ ਸੀ ਮੈਂ। ਉਹੀ ਕਿਸਾਨ ਜਿਹੜਾ ਕਿ ਇੱਕ ਪਾਸੇ ਊਠ ਤੇ ਇੱਕ ਪਾਸੇ ਸੰਡਾ ਜੋ ਕੇ ਖੇਤੀ ਕਰਦਾ ਸੀ। ਹਾਂਜੀ, 40 ਸਾਲ ਪੁਰਾਣੀ ਫੋਟੋ, 50 ਸਾਲ ਪੁਰਾਣੀ ਹੈ ਨਾ। ਤੇ ਹੁਣ ਇੱਥੇ ਦੁਨੀਆ ਭਰ ਦਾ ਟਰੈਕਟਰ ਮੌਜੂਦ ਆ, ਦੁਨੀਆ ਭਰ ਦੀਆਂ ਸਮਰਸੀਬਲ ਮੋਟਰਾਂ ਮੌਜੂਦ ਨੇ, ਦੁਨੀਆ ਭਰ ਦਾ ਇੱਥੇ ਜਿਹੜਾ ਹੈਗਾ। ਤੇ ਇਹ ਗੱਲ ਅੱਗੇ ਜਾ ਕੇ ਕਿਵੇਂ ਮਤਲਬ ਸਿਰਾ ਕੀ ਲੱਗੂਗਾ ਇਹਦਾ? ਮੈਂ ਸਮਝਦਾ ਵੀ ਪੰਜਾਬ ਨੂੰ ਗਾਈਡ ਕਰਨ ਵਾਲੀ ਕੋਈ ਸੰਸਥਾ, ਕੋਈ ਸਰਕਾਰ, ਕੋਈ ਐਗਰੀਕਲਚਰ ਯੂਨੀਵਰਸਿਟੀ ਜਾਂ ਕੋਈ ਹੋਰ ਕਹਿ ਲਓ ਕੋਈ ਯੂਨੀਅਨ ਜਾਂ ਕੋਈ ਬੁੱਧੀਜੀਵੀਆਂ ਦਾ ਕੋਈ ਇਕੱਠ, ਕੋਈ ਇਹਨਾਂ ਨੂੰ ਗਾਈਡ ਕਰਨ ਵਾਲਾ ਕੋਈ ਹੈ ਨਹੀਂ। ਕੋਈ ਸੈਲਫਲੈਸ ਬਾਡੀ ਹੋਵੇ ਕੋਈ ਜਿਹੜੀ ਅੱਗੇ ਲੱਗੇ ਤੇ ਜਿਹੜੀ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਨੁਕਸ ਗਣਾਏ ਹੈਗੇ ਆ, ਉਹ ਇਹਨਾਂ ਤੋਂ ਮਤਲਬ ਜਿਹੜੇ ਕਿਸਾਨ ਆ ਉਹਨਾਂ ਨੂੰ ਅਵੇਅਰ ਕਰੇ। ਔਰ ਉਹਨਾਂ ਨੂੰ ਜਿਵੇਂ ਨਾ ਬਿਲਕੁਲ ਠੀਕ ਆ, ਇੱਕ ਮਿਸ਼ਨ ਬਣਾ ਕੇ ਪਿੰਡ ਮਤਲਬ ਇਹਦਾ ਜਿਹੜਾ ਪ੍ਰਚਾਰ ਹੋਣਾ ਚਾਹੀਦਾ ਵੀ ਇੰਝ ਨਹੀਂ ਕਰੋ, ਇੰਝ ਕਰੋ। ਤੇ ਉਹ ਕੋਈ ਲੱਗਦੀ ਨਹੀਂ ਗੱਲ ਕੋਈ ਕਿਸੇ ਬੰਨੇ ਇਸ ਲੈਵਲ ਦੇ। ਇਹਦਾ ਇਹ ਆ ਵੀ ਜਿੰਨਾ ਚਿਰ ਤੱਕ ਫਾਰਮਰ ਦੀ ਸ਼ੋਡ ਇਨਕਮ ਨਹੀਂ ਬਣਦੀ, ਜੋ ਮਰਜ਼ੀ ਇੰਪਲੀਮੈਂਟ ਕਰਾ ਲਓ ਉਹ ਕਰ ਦੇਗਾ, ਪਰ ਉਹ ਕਹੇਗਾ ਮੇਰੀ ਸ਼ੋਡ ਇਨਕਮ ਜਿਹੜੀ ਆ ਘੱਟੋ ਘੱਟ ਮੈਨੂੰ 12,000 ਰੁਪਏ ਮਹੀਨੇ ਦਾ ਮਿਲੇਗਾ, ਮੇਰਾ ਘਰ ਦਾ ਖਰਚਾ ਨਹੀਂ ਚੱਲੇ। ਉਹ ਮੇਰਾ ਭਾਸ਼ਣ ਸੁਣ ਕੇ ਮੇਰਾ ਨਹੀਂ ਖਿਆਲ ਕੋਈ ਵੀ ਜਿਹੜਾ ਫਾਰਮਰ ਆ ਨਹੀਂ, ਭਾਸ਼ਣ ਨਹੀਂ, ਪ੍ਰੈਕਟੀਕਲੀ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਵੀ ਬਾਗ ਲਾਏ ਜਾਣ, ਡਾਇਵਰਸੀਫਿਕੇਸ਼ਨ ਆਫ ਜਿਹੜੀਆਂ ਫਸਲਾਂ ਦੀ ਹੋਵੇ, ਉਹਨਾਂ ਦੀ ਗਾਂ ਮਾਰਕੀਟ ਹੋਵੇ, ਉਹਦੇ ਲਈ ਜਿਹੜੀ ਕੋਈ ਸੰਸਥਾ ਹੋਵੇ ਉੱਧਰ ਇਹਨਾਂ ਨਾਲ ਕਿਸਾਨਾਂ ਨਾਲ ਵੀ ਜੁੜੀ ਹੋਈ ਹੋਵੇ, ਉੱਧਰ ਸਰਕਾਰਾਂ 'ਤੇ ਵੀ ਜ਼ੋਰ ਪਾਉਣ ਦੀ ਉਹਦੇ ਕੋਲ ਕੋਈ ਤਾਕਤ ਹੋਵੇ ਤੇ ਕੋਈ ਇਸ ਤਰ੍ਹਾਂ ਦਾ ਸਿਸਟਮ ਹੋਵੇ। ਰੈਗੂਲੇਟਡ ਨਹੀਂ ਹੁੰਦਾ। ਹਾਂ, ਬਸ ਗੱਲ ਨਹੀਂ ਹੋ ਸਕਦਾ। ਹਾਂ, ਤੁਸੀਂ ਹੁਣ ਅੱਜ ਕੱਲ੍ਹ ਜਿਹੜੇ 3 ਬਿੱਲ ਆਏ ਨੇ, ਹਾਂ, ਉਹਨਾਂ ਤਿੰਨਾਂ ਦਾ ਰੌਲਾ ਪੈ ਰਿਹਾ ਬਹੁਤ ਜ਼ਿਆਦਾ, ਵਰਗਾ ਇੰਨਾ ਜ਼ਿਆਦਾ ਰੌਲਾ ਪਿਆ ਹੀ ਨਹੀਂ ਕਦੇ, ਇੰਨਾ ਇਹਨਾਂ ਬਿੱਲਾਂ ਦਾ ਪਿਆ ਆ। ਮੇਰਾ ਕਦੀ ਵੀ ਕਿਸਾਨੀ ਵੱਲੋਂ ਇਕੱਠਿਆਂ ਹੋ ਕੇ ਇੰਨਾ ਰੌਲਾ ਨਹੀਂ ਪਾਇਆ। ਜਨਾਨੀਆਂ ਬੱਚੇ ਵਿਚਾਰੇ ਨਾਲ ਲੱਗੇ ਆ। ਉਹਦੇ 'ਚ ਇੱਕ ਜਿਹੜੀ ਤੀਜੀ ਹੈਗੀ ਆ ਐਕਟ ਹੈਗਾ ਕੰਟਰੈਕਟ ਫਾਰਮਿੰਗ ਦਾ, ਉਹ ਕਈ ਵਾਰੀ ਮੇਰੇ ਮਨ 'ਚ ਖਿਆਲ ਆਉਂਦਾ ਵੀ ਕੀ ਕੰਟਰੈਕਟ ਫਾਰਮਿੰਗ ਪਹਿਲਾਂ ਮਨਾ ਸੀ, ਉਹਨਾਂ ਨਹੀਂ ਸੀ ਹੈਗੀ, ਜਿਹੜਾ ਮਰਜ਼ੀ ਵੀ ਕੰਟਰੈਕਟ ਕਰ ਸਕਦਾ ਸੀ, ਪਰ ਹੁੰਦਾ ਕੀ ਸੀ ਹੁਣ ਪਤਾ ਨਹੀਂ ਇਹਨਾਂ ਨੇ ਕੋਈ ਨਵਾਂ ਲੀਗਲ ਫਰੇਮਵਰਕ ਕਿੱਦਾਂ ਦਾ ਬਣਾਇਆ। ਹੁੰਦਾ ਇਹ ਸੀ ਜਿਸ ਤਰ੍ਹਾਂ ਮੇਰੇ ਸਾਹਮਣੇ ਐਗਜ਼ਾਮਪਲ ਸੀ, ਨਿੱਜਰ ਫਾਰਮ ਸੀ, ਇਹਨਾਂ ਟਮਾਟਰ ਲਵਾਏ 2 ਸਾਲ ਹੀ ਚੱਲਿਆ ਸੀ ਉਹ। ਜੇ ਇਹਦੇ ਨਿੱਜਰ ਵਾਲਿਆਂ ਨੇ ਵੇਖਿਆ ਵੀ ਯਾਰ ਬਾਹਰੋਂ ਟਮਾਟਰ ਸਸਤਾ ਮਿਲ ਜਾਂਦਾ, ਤੇ ਉਹ ਜਿੰਨਾ ਬੰਦੇ ਨਾਲ ਕੰਟੈਕਟ ਕੀਤੇ ਉਹਨਾਂ ਕੋਲ ਨਹੀਂ ਖਰੀਦਦੇ ਤੇ ਬਾਹਰੋਂ ਲੈ ਲਈਦੇ। ਤੇ ਜੇ ਕਿਸੇ ਸਾਲ ਵੇਖਿਆ ਫਾਰਮਰ ਦੇ ਦੂਜੇ ਸਾਲ ਵੀ ਇਹਨਾਂ ਨੂੰ ਵੇਚਣ ਨਾਲ ਮੰਡੀ 'ਚ ਪੈਸੇ ਡਬਲ ਬਣ ਜਾਣੇ ਆ, ਉਹਨੇ ਫਿਰ ਉਹਨਾਂ ਨੂੰ ਦਿੱਤਾ। ਇਟ ਹੈਪਨਡ ਥਰੂ ਇੰਡੀਆ। ਇੰਡੀਆ ਦੇ ਵਿੱਚ ਕੰਟੈਕਟ ਫਾਰਮਿੰਗ ਫੇਲ ਹੈ। ਹੁਣ ਤੁਸੀਂ ਨਿਊਜ਼ੀਲੈਂਡ ਜਾਂਦੇ ਹੋ ਨਾ, ਮੈਂ ਤਾਂ ਨਹੀਂ ਗਿਆ, ਪਰ ਮੈਂ ਜਿੱਦਾਂ ਥਾਵਾਂ 'ਤੇ ਗਿਆ ਹਾਂ, ਹੁਣ ਜਿਸ ਤਰ੍ਹਾਂ ਮੈਂ ਉੱਥੇ ਅਬਜ਼ਰਵ ਕੀਤਾ ਕੈਨੇਡਾ ਦੀ, ਮੈਂ ਤੁਹਾਨੂੰ ਗੱਲ ਦੱਸਣਾ, ਉੱਥੇ ਕੰਟੈਕਟ ਫਾਰਮਿੰਗ, ਉੱਥੇ ਇੱਕ ਚੀਜ਼ ਵੀ ਨਹੀਂ ਜਿਹੜੀ ਕੰਟੈਕਟ ਫਾਰਮਿੰਗ ਤੋਂ ਬਗੈਰ ਬੀਜੀ ਜਾਂਦੀ ਹੈ। ਸਾਰੀਆਂ ਚੀਜ਼ਾਂ ਦੇ ਕੰਟੈਕਟ ਹੋਏ ਆ। ਪ੍ਰਾਈਵੇਟ ਕੰਪਨੀਆਂ ਕਰਦੀਆਂ ਨੇ, ਗੌਰਮੈਂਟ ਮੋਨੀਟਰ ਕਰਦੀ ਆ। ਉਹ ਪ੍ਰਾਈਵੇਟ ਕੰਪਨੀਆਂ ਕਰ ਲੈਂਦੇ ਵੀ ਇੰਨਾ ਠੇਕਾ, BO ਪਾਉਂਦੀਆਂ ਪ੍ਰਾਈਵੇਟ ਕੰਪਨੀਆਂ, ਉਹਦੀ ਮੋਨੀਟਰਿੰਗ ਉਹ ਕਰਦੀਆਂ ਨੇ, ਉਹ 10 ਦਿਨੀ 15 ਦਿਨੀ ਵਿਜ਼ਿਟ ਕਰਦੀਆਂ ਨੇ, ਉਹਦੀ ਹੋਇੰਗ ਕਰਾਉਣੀ ਆ, ਉਹਨੂੰ ਇਰੀਗੇਸ਼ਨ ਦੇਣੀ ਆ ਇੰਨੀ, ਉਹਨੂੰ ਜੇ ਕੋਈ ਦਵਾਈ ਵੀ ਪਾਉਣੀ ਆ, ਉਹ ਸਾਰਾ ਕੁਝ ਉਹਨਾਂ ਕਰਨਾ। ਕੱਲ੍ਹ ਨੂੰ ਜੇ ਫਸਲ ਮਾੜੀ ਹੋਏਗੀ ਨਾ, ਤੇ ਜਾਂ ਨੇਚਰ ਜ਼ਿੰਮੇਵਾਰ ਹੈ ਤੇ ਜਾਂ ਉਹ ਕੰਪਨੀ ਜ਼ਿੰਮੇਵਾਰ ਹੈ, ਫਾਰਮਰ ਜ਼ਿੰਮੇਵਾਰ ਨਹੀਂ ਹੈਗਾ। ਇੱਥੇ ਕੀ ਕਰਦੇ ਆ, ਨਹੀਂ ਜੀ ਇਹ ਫਸਲਾਂ ਨੂੰ ਸਟੈਂਡਰਡ ਹੀ ਨਹੀਂ ਆਇਆ, ਉਹ ਜਦੋਂ ਫਾਰਮਰ ਨੂੰ ਵਿਚਾਰਾ ਵਿੱਚ ਵੜ ਕੇ ਗੱਲ ਤੇ ਹੈ। ਕਿਸਾਨ ਜ਼ਰੂਰ ਉਹਦੀ ਮਰਜ਼ੀ ਤੇ ਹੈਗਾ, ਕਿਉਂਕਿ ਮੈਨੂੰ ਨਿੱਜਰ ਸਾਹਿਬ ਦਾ ਯਾਦ ਆ 20-22 ਸਾਲ ਪਹਿਲੋਂ ਨਿੱਜਰ ਸਾਹਿਬ ਦੇ ਬੰਦੇ ਆਏ ਜੀ ਪਿੰਡ, ਉਹ ਕਹਿੰਦੇ ਵੀ ਅਸੀਂ ਕੰਟਰੈਕਟ ਫਾਰਮਿੰਗ ਕਰਨੀ ਹੈ, ਬਾਸਮਤੀ ਜਾਂ ਕੋਈ ਸੀਗਾ,
ਤੇ ਕਿਸਾਨ ਸਾਨੂੰ ਆਪਣੀ ਜ਼ਮੀਨ ਦੇ ਕਾਗਜ਼ ਦੇ ਦੇਣ। ਤੇ ਮੈਂ ਉਹਨਾਂ ਨੂੰ ਮੁੰਡਿਆਂ ਨੂੰ ਕਿਹਾ, ਮੈਂ ਕਿਹਾ ਜ਼ਮੀਨ ਦੇ ਕਾਗਜ਼ ਦੇ ਦਿੱਤੇ ਤੁਹਾਨੂੰ, ਤੇ ਆਪਣਾ ਜੇ ਫਿਰ ਤੁਸੀਂ ਉਹਦੇ ਤੇ ਕਬਜ਼ਾ ਕਰ ਲਿਆ ਫਿਰ ਕਿਸਾਨ ਕੀ ਕਰੂਗਾ? ਫਿਰ ਕਹਿੰਦਾ ਕਿਸਾਨ ਕੇਸ ਕਰਦੇ। ਤੇ ਮੈਂ ਕਿਹਾ ਕਿਸਾਨ ਨੂੰ ਕੀ ਪਿਆ ਕਿ ਬੈਠੇ ਪੇਚੇ 'ਚ ਫਸੇ। ਹਾਂਜੀ, ਇਹ ਕਿਸਾਨ ਹੁਣ ਵੀ ਜਿਵੇਂ SDM ਤਾਂ ਹੈਗਾ ਵੀ SDM ਦੇ ਵਿਕਣ ਨੂੰ ਕਿੰਨਾ ਟਾਈਮ ਲੱਗਦਾ। ਕੋਈ ਵੀ ਕੰਪਨੀ ਜਿਹੜੀ ਆ ਉਹ ਇੱਥੇ ਤਾਂ ਸਰਕਾਰਾਂ ਖਰੀਦ ਰਹੀ ਆ। ਸਭ ਤੋਂ ਵੱਡੀ ਗੱਲ ਜਿਹੜੀ ਆ ਪੰਜਾਬ ਦੇ ਕਿਸਾਨ ਨੂੰ ਇਹ ਸਮਝ ਆਉਣੀ ਚਾਹੀਦੀ ਹੈ ਵੀ ਕੰਪਨੀਆਂ ਬਹੁਤ ਵੱਡੀ ਚੀਜ਼ ਆ, ਉਹ ਤਾਂ ਸਰਕਾਰਾਂ ਨੂੰ ਤੋਂ ਵੱਡੀਆਂ ਨੇ। ਹਨਾ, 1 ਟ੍ਰਿਲੀਅਨ ਡਾਲਰ ਦੀਆਂ ਇਹਨਾਂ ਦੀ ਜਿਹੜੀ ਇਕੋਨਮੀ ਹੈ ਕੰਪਨੀਆਂ ਦੀ। 3 ਕੰਪਨੀਆਂ ਪੂਰੇ ਮੁਲਕ ਦੀ ਇਕੋਨਮੀ ਦੇ ਬਰਾਬਰ ਨੇ, ਐਪਲ, ਐਮਾਜ਼ੋਨ ਤੇ ਆ ਜਿਹੜੀ ਅਰਾਮਕੋ, ਸਾਊਦੀ ਅਰਾਮਕੋ ਜਿਹੜੀ ਹੈਗੀ ਹੈ। ਇਹ ਤਿੰਨੇ ਬਾਹਰ ਦੀਆਂ ਨੇ। ਇਹਨਾਂ 1 ਟ੍ਰਿਲੀਅਨ ਡਾਲਰ ਇਹਨਾਂ ਦਾ ਸਾਈਜ਼ ਹੈਗਾ ਇਹਨਾਂ ਕੰਪਨੀਆਂ ਦਾ। ਇੰਡੀਆ ਦੀ ਇਕੋਨਮੀ ਪੌਣੇ 3 ਟ੍ਰਿਲੀਅਨ ਦੀ ਹੈਗੀ। ਤੇ ਮਤਲਬ ਤੁਸੀਂ ਦੂਜੇ ਫਲਿੱਪਕਾਰਟ ਤੇ ਪੰਜਾਬ ਸਰਕਾਰ ਦੋਵਾਂ ਦਾ ਜੇ ਮੁਕਾਬਲਾ ਕਰੀਏ ਤੇ ਫਲਿੱਪਕਾਰਟ ਵੱਡੀ ਹੈ ਤੇ ਪੰਜਾਬ ਸਰਕਾਰ ਦਾ ਬਜਟ ਛੋਟਾ ਹੁੰਦਾ। ਮਤਲਬ ਹੈ ਕਿ ਇਹ ਤੇ ਉਹਨਾਂ ਸਾਹਮਣੇ ਕੁਝ ਵੀ ਨਹੀਂ ਹੈ। ਕਿਸਾਨਾਂ ਦੀ ਇਹ ਗੱਲ ਤੇ ਠੀਕ ਹੈ ਕਿ ਇਹਨਾਂ ਕੰਪਨੀਆਂ ਤੋਂ ਸੁਚੇਤ ਰਹਿਣ, ਪਰ ਦੂਜੇ ਪਾਸੇ ਇਹ ਵੀ ਹੈ ਵੀ ਕਿਸਾਨ ਆਪਣਾ ਕੋਈ ਕਿਹੜਾ ਕਿਸਾਨ ਹੈ ਜਿਹੜਾ ਸਵੇਰੇ ਉੱਠ ਕੇ ਜਾਂ ਤਾਂ ਉਹ ਖੇਤੀ ਬਾਰੇ ਕੁਝ ਪੜ੍ਹਾਈ ਦੀ ਗੱਲ ਕੀਤੀ ਜਾਵੇ, ਜਾਂ ਖੇਤੀ ਦੇ ਵਿੱਚ ਨਵਾਂ ਤਜਰਬਾ ਕਰਨਾ, ਟਾਈਮ ਲਾਉਣਾ। ਹਰ ਬੰਦਾ ਜਿਹੜਾ 300 ਰੁਪਈਆ ਕਮਾਉਂਦਾ ਦਿਹਾੜੀ ਦੇ ਵਿੱਚ, ਮਜ਼ਦੂਰ ਜਿਹੜਾ, ਉਹ ਸਵੇਰੇ 8 ਵਜੇ ਤੋਂ ਲੈ ਕੇ ਤੇ ਸ਼ਾਮ ਦੇ 7 ਵਜੇ ਤੱਕ ਘਰ ਤੋਂ ਬਾਹਰ ਖੇਤ 'ਚ ਜਿੱਥੇ ਵੀ ਉਹ ਕੰਮ ਕਰਦਾ। ਇੱਕ ਰਿਪੋਰਟ ਆਈ ਸੀ ਵੀ ਪੰਜਾਬ ਦੇ ਜਿਹੜੇ ਪਰਿਵਾਰ ਨੇ, ਮਜ਼ਦੂਰ ਪਰਿਵਾਰ ਆ, ਉਹ ਗੁਜਰਾਤ ਜਾ ਕੇ ਬੈਠਦੇ ਆ ਜਿੱਥੇ BT ਕਾਟਨ ਲੱਗੀ ਹੈ, ਉੱਥੇ ਮਹੀਨਿਆਂ ਬੱਧੀ ਕਾਟਨ ਦੀ ਤੁੜਾਈ ਹੁੰਦੀ ਹੈ। ਤਾਂ ਇਹੀ ਕਾਟਨ ਦੀ ਤੁੜਾਈ ਇੱਥੇ ਖਤਮ ਹੋ ਗਈ। ਇੱਥੇ ਮਿਰਚਾਂ ਦੀ ਤੁੜਾਈ ਖਤਮ ਹੋ ਗਈ, ਮਟਰ ਦੀ ਤੁੜਾਈ ਖਤਮ ਹੋ ਗਈ। ਪੂਰਾ ਸਾਲ ਇੱਥੇ ਕੋਈ ਖੇਤੀ ਦਾ ਕੋਈ ਕੰਮ ਨਹੀਂ। ਜਦੋਂ ਡਾਕਟਰ ਮਨਮੋਹਨ ਸਿੰਘ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਨਾ, ਉਹਨਾਂ ਨੇ ਉਸ ਵੇਲੇ ਸੀਗਾ ਕਮਿਸ਼ਨ ਔਨ ਲੈਟਿਨ ਅਮਰੀਕਾ, ECLA। ਅੱਛਾ। ਉਹਦੇ ਵਿੱਚ ਪ੍ਰੋਫੈਸਰ ਰੌਲ ਪ੍ਰੈਬਿਸ਼ ਸੀਗੇ। ਅੱਛਾ। ਜਿਨ੍ਹਾਂ ਦਾ ਪ੍ਰੈਬਿਸ਼ ਸਿੰਗਰ ਹਾਈਪੋਥੀਸਿਸ ਆ। ਅੱਛਾ। ਉਹਦੇ 'ਚ ਉਹ ਇਹ ਕਹਿੰਦੇ ਆ ਵੀ ਜਿਹੜੀ ਕਮੋਡਿਟੀ ਹੈ, ਚਾਹੇ ਉਹ ਕਣਕ ਹੈ, ਚਾਹੇ ਝੋਨਾ, ਚਾਹੇ ਚਾਂਦੀ ਹੈ, ਚਾਹੇ ਤੇਲ ਹੈ, ਕੁਝ ਵੀ ਹੈ, ਕਮੋਡਿਟੀ ਦੇ ਭਾਅ ਘਟਣੇ ਨੇ ਜਾਂ ਉਨੀ ਤੇਜ਼ੀ ਨਾਲ ਨਹੀਂ ਵਧਣੇ ਜਿੰਨੇ ਇੰਡਸਟਰੀਅਲ ਗੁੱਡਸ ਦੇ ਵਧਣੇ ਆ। ਤਾਂ ਇਹ ਦੁਨੀਆ ਦੇ ਵਿੱਚ ਇਹ ਰੂਲ ਹੈ। ਪੰਜਾਬ ਦਾ ਕਿਸਾਨ ਤਾਂ ਕਣਕ ਝੋਨੇ ਦੀ ਸਮੱਸਿਆ ਨਾਲ ਪੀੜਤ ਹੈ। ਦੁਨੀਆ 'ਚ ਜਿਹੜੇ ਦੇਸ਼ ਤੇਲ ਪੈਦਾ ਕਰ ਰਹੇ ਆ ਉਹ ਵੀ ਗਰੀਬੀ ਵੱਲ ਵੱਧ ਰਹੇ ਆ। ਜਿਹੜੇ ਦੇਸ਼ ਕਾਜੂ ਪੈਦਾ ਕਰ ਰਹੇ ਆ ਉਹਨਾਂ ਨੂੰ ਵੀ ਇਨਕਮ ਨਹੀਂ ਆ ਰਹੀ। ਕੌਫੀ ਪੈਦਾ ਕਰਨ ਵਾਲਿਆਂ ਨੂੰ ਇਨਕਮ ਵੀ ਨਹੀਂ ਆ ਰਹੀ। ਇੱਥੋਂ ਤੱਕ ਕਿ ਕਾਪਰ ਵਾਲਿਆਂ ਨੂੰ ਇਨਕਮ ਵੀ ਨਹੀਂ ਆ ਰਹੀ। ਮਤਲਬ ਇਹ ਹੈ ਕਿ ਥੋੜਾ ਜਿਹਾ ਮੈਨੂੰ ਦੁਬਾਰਾ ਦੱਸਿਓ। ਜਿੱਥੇ ਵੀ ਕਮੋਡਿਟੀ ਕਹਿੰਦੇ ਸੀ ਕਿ ਜਿਹੜੀ ਕਮੋਡਿਟੀ ਦੀ ਪ੍ਰੋਡਕਸ਼ਨ ਦੀ ਕੀਮਤ ਆ, ਮਨਮੋਹਨ ਸਿੰਘ ਦੇ ਜਿਹੜੇ ਹੈੱਡ ਸੀ ਉਸ ਵੇਲੇ ਰੌਲ ਪ੍ਰੈਬਿਸ਼, ਉਹਨਾਂ ਨੇ ਸਿਧਾਂਤ ਦਿੱਤਾ ਜਿਹੜੀਆਂ ਨੈਚੁਰਲ ਕਮੋਡਿਟੀਜ਼ ਨੇ, ਚਾਹੇ ਉਹ ਚਾਂਦੀ ਵੀ ਹੈ, ਉਹਦੀ ਕੀਮਤਾਂ, ਚਾਹੇ ਚਾਂਦੀ ਹੈ, ਚਾਹੇ ਤੇਲ ਹੈ, ਇੰਡਸਟਰੀ ਦੀਆਂ, ਚਾਹੇ ਕਾਜੂ ਹੈ, ਪਾਈਨਐਪਲ ਹੈ, ਕਾਫੀ ਹੈ, ਕਾਟਨ ਹੈ, ਕੁਝ ਵੀ ਹੈ, ਉਹਦੀ ਕੀਮਤ ਜਿਹੜੀ ਹੈ ਉਹ ਸਲੋ ਵਧਣੀ ਹੈ। ਉਹ 10 ਦੇ 11 ਹੋਣੇ ਆ, 11 ਦੇ 12 ਹੋਣੇ। ਤੇ ਜਿਹੜੀਆਂ ਇੰਡਸਟਰੀਅਲ ਗੁੱਡਸ ਆ ਉਹਨਾਂ ਦੀ ਕੀਮਤ ਜ਼ਿਆਦਾ ਤੇਜ਼ੀ ਨਾਲ ਵਧਣੀ ਹੈ। ਉਹਨਾਂ ਦੇ ਨਾਲ ਸਿੰਗਰ ਸੀ, ਹਾਂਸ ਸਿੰਗਰ, ਪ੍ਰੈਬਿਸ਼ ਸਿੰਗਰ, ਉਹਨਾਂ ਨੇ ਦਿੱਤਾ। ਉਹਦੇ 'ਚ ਫਿਰ ਉਹ ਕਹਿੰਦੇ ਵੀ ਦੁਨੀਆ 'ਚ ਇਹ ਜਿਹੜਾ ਪੰਜਾਬ ਦਾ ਹੁਣ ਜਿਹੜਾ ਮਸਲਾ, ਇਹ ਮਸਲਾ ਖੇਤੀ ਦਾ ਮਸਲਾ ਨਹੀਂ ਹੈ, ਇਹ ਕਮੋਡਿਟੀ ਦਾ ਮਸਲਾ। ਕਮੋਡਿਟੀ ਨੇ ਸਸਤੀ ਹੀ ਰਹਿਣਾ। UNDP ਦੀ ਜਿਹੜੀ ਚੀਫ ਹੈ ਉਹਦਾ ਆਰਟੀਕਲ ਸੀ ਕਿ ਕੌਫੀ ਦਾ ਕੱਪ ਜੇ 100 ਰੁਪਏ ਦਾ ਵਿਕਦਾ ਤੇ ਕੌਫੀ ਪੈਦਾ ਕਰਨ ਵਾਲੇ ਨੂੰ 3 ਰੁਪਏ ਮਿਲਣੇ ਉਹਦੇ। ਇਸ ਕਰਕੇ ਉਹਨੇ ਲਿਖਿਆ ਵੀ ਜਿਹੜੇ ਵੀ ਦੇਸ਼ ਹੈ ਨਾ, ਉਹ ਸਾਰੇ ਹੁਣ ਦੇਸ਼ ਇੱਕ ਕਮੋਡਿਟੀ ਤੋਂ ਡਾਇਵਰਸੀਫਾਈ ਕਰ ਰਹੇ ਆ। ਉਹ ਕਹਿੰਦੇ ਵੀ ਇੱਕ ਤਾਂ ਕਮੋਡਿਟੀ ਦਾ ਮਸਲਾ ਹੁੰਦਾ ਵੀ ਇਹਦੀ ਟਰਾਂਸਪੋਰਟੇਸ਼ਨ ਕਾਸਟ ਬੜੀ ਹੁੰਦੀ ਹੈ, ਵੱਡੀ ਹੁੰਦੀ ਹੈ, ਸਾਈਜ਼ ਬਹੁਤ ਵੱਡਾ। ਕਿੰਨੀਆਂ ਟਰਾਲੀਆਂ ਝੋਨੇ ਦੀਆਂ ਤੇ ਫਿਰ ਲੱਖ ਰੁਪਈਆ ਬਣਦਾ ਬਸ।
ਤੇ ਉਹਦੇ 'ਚ ਉਹਦੀ ਟਰਾਂਸਪੋਰਟੇਸ਼ਨ ਫਰੇਟ ਚਾਰजेस ਕਿੰਨੇ ਬਣਨੇ ਨੇ, ਸਟੋਰੇਜ ਵਾਸਤੇ। ਫਿਰ ਇੱਕ ਮੇਰਾ ਬੜਾ ਮਤਲਬ ਕੋਈ ਸਟੂਡੈਂਟ ਮੈਨੂੰ ਇਹ ਰਿਸਰਚ ਕਰਕੇ ਦੱਸਦੇ ਵੀ ਮਹਿੰਦਰਾ ਪੰਜਾਬ 'ਚੋਂ ਕਮਾਈ ਕਰਦਾ, ਕਿੰਨੀ ਗਰੀਬੀ ਪੰਜਾਬ ਦੇ ਟਰੈਕਟਰ ਵਿਕਦੇ ਪਰ ਪੂਰੇ ਪੰਜਾਬ 'ਚ ਕੋਈ ਮਹਿੰਦਰਾ ਨੇ ਕੋਈ ਸਕੂਲ ਖੋਲ੍ਹਿਆ, ਐਗਰੀਕਲਚਰ ਕਾਲਜ ਨੂੰ ਫੰਡ ਦਿੱਤੇ ਕਦੀ ਮਹਿੰਦਰਾ ਨੇ ਜਾਂ HDFC ਬੈਂਕ ਨੇ, ਹਨਾ, ਜਿਹੜੇ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਦੀ ਜਿਹੜੀ ਗੱਲ ਕਰਦੇ ਨੇ, CSR ਫੰਡ ਜਿਹੜੇ ਆ 2% ਦੇਣੇ ਆ, ਪੰਜਾਬ ਦੇ ਵਿੱਚ ਕਦੀ ਨਹੀਂ ਮੈਨੂੰ ਨਜ਼ਰ ਆਇਆ ਕਿ CSR ਫੰਡ ਦੇ ਨਾਲ ਇਹਨਾਂ ਨੇ ਕਿਸਾਨਾਂ ਵਾਸਤੇ ਜਿਹਦੇ ਸਿਰੋਂ ਇਹ ਲੈਂਦੇ ਆ, ਮੌਨਸੈਂਟੋ ਆ, ਬੇਅਰ ਆ, ਹੋਚੈਸਟ ਆ, ਦੁਨੀਆ ਭਰ ਦੀਆਂ ਕੰਪਨੀਆਂ, ਪੰਜਾਬ ਦਾ ਕਿਸਾਨ ਤੇ ਗਲੋਬਲਾਈਜ਼ਡ ਕਿਸਾਨ ਆ, ਜੇਬ 'ਚ ਵੀ ਉਹਦਾ ਫੋਨ ਵਿਦੇਸ਼ੀ ਆ ਉਹਦੇ ਕੋਲ, ਹਾਂਜੀ, ਕਾਰ ਵੀ ਉਹਦੀ ਫੋਰਨ ਪ੍ਰੋਡਕਟ ਆ, ਟਰੈਕਟਰ ਵੀ ਜਿਹੜਾ ਉਹਦਾ ਬੈਸਟ ਆ ਉਹਦੇ ਕੋਲ, ਅਮਰੀਕਨ ਟਰੈਕਟਰ ਆ। ਪੰਜਾਬ ਦੀ ਟਰੈਕਟਰ ਦੀ ਕੋਈ ਫੈਕਟਰੀ ਨਹੀਂ? ਕੋਈ ਨਹੀਂ। ਇਹਨਾਂ ਨੇ ਉਹ ਜਿਹੜੀ ਹੈਗੀ ਸੀ PTL, ਪੰਜਾਬ ਟਰੈਕਟਰ ਲਿਮਟਿਡ, ਉਹ ਖਤਮ ਹੋ ਗਈ। ਹਾਂਜੀ, ਸਵਰਾਜ ਟਰੈਕਟਰ ਬਣਾਉਂਦੇ ਸੀ ਜਿਹੜੇ। ਤੇ ਜਿਹੜੀ ਟਾਈਲਾਂ, ਦੁਨੀਆ ਭਰ ਦੀ ਟਾਈਲ ਪੰਜਾਬ 'ਚ ਲੱਗ ਰਹੀ ਹੈ, ਸਾਰੀ ਟਾਈਲ ਬਾਹਰੋਂ ਆ ਰਹੀ ਹੈ। ਮਤਲਬ ਇੱਥੇ ਇਹਨਾਂ ਨੇ ਇਹ ਪੈਸਾ ਦੁਨੀਆ ਨੂੰ ਦੇ ਤਾਂ ਰਹੇ ਆ ਆਪਣੀ ਜੇਬ 'ਚੋਂ, ਪਰ ਇਹ ਉਹਦਾ ਉਹ ਕਦੀ ਰਿਵਾਰਡ ਤਾਂ ਇਹਨਾਂ ਨਹੀਂ ਮੰਗਿਆ, ਡਿਸਕਾਊਂਟ ਹੀ ਨਹੀਂ ਮੰਗਿਆ, ਨੂੰ ਨਹੀਂ ਮਿਲ ਰਿਹਾ, ਉਹ ਬਾਹਰਲੇ ਲੋਕਾਂ ਨੂੰ ਜਾ ਰਿਹਾ। ਹਾਂ, ਇੱਕ ਵਰਜੀਨੀਆ ਯੂਨੀਵਰਸਿਟੀ ਦੀ ਪ੍ਰੋਫੈਸਰ ਆ ਸ਼ੀਤਲ ਸ਼ੇਖੜੀ, ਉਹਨੇ ਇਹ ਸਟੱਡੀ ਦਿੱਤੀ ਆ ਵੀ ਜਿਉਂ ਹੀ ਪੰਜਾਬ ਮਤਲਬ ਕਿਸੇ ਵੀ ਜਗ੍ਹਾ ਤੇ 1 ਫੁੱਟ ਪਾਣੀ ਘਟਦਾ ਤੇ ਉੱਥੇ ਸੋਸ਼ਲ ਕਨਫਲਿਕਟ ਵੱਧਦਾ, ਗਰੀਬੀ ਵੱਧਦੀ। ਤੇ ਸਾਡੇ ਤੇ ਕਈ ਫੁੱਟ ਪਾਣੀ ਘਟਿਆ ਤੇ ਸੋਸ਼ਲ ਕਨਫਲਿਕਟ ਵੀ ਵੱਧ ਹੀ ਰਿਹਾ ਨਾ, ਜਦੋਂ ਵਧਣਾ ਅਜੇ ਤੇ ਵਧਣਾ, ਕਿਉਂਕਿ 40% ਸਾਡੀ ਪਾਪੂਲੇਸ਼ਨ ਸ਼ਹਿਰੀ ਹੋ ਚੁੱਕੀ ਹੈ, ਉਹਨਾਂ ਨੂੰ ਵੀ ਪਾਣੀ ਦੀ ਲੋੜ ਆ, ਸਮਰਸੀਬਲ ਮੋਟਰਾਂ ਉਹਨਾਂ ਦੇ ਘਰਾਂ 'ਚ ਵੀ ਲੱਗਣੀਆਂ, ਸਾਰਾ ਕੁਝ ਹੋਣਾ। ਤੇ ਦੂਜੇ ਪਾਸੇ ਸਾਡੇ 30 ਲੱਖ ਹੈਕਟੇਅਰ ਜਿਹੜਾ ਪਾਣੀ ਜਦੋਂ ਬੰਗੀਆਂ ਦਾ ਜਾਂਦਾ, ਉਹਦੇ ਤੇ ਅੱਜ ਦੀ ਤਰੀਕ 'ਚ ਮਤਲਬ ਪਿਛਲੇ 4 ਮਹੀਨੇ ਜਿਹੜਾ ਗਿਆ ਪਾਣੀ ਅਸੀਂ ਇਹਨੇ ਵੀ ਨਹੀਂ ਜਾਣ ਦੇਣਾ ਬਾਹਰ। ਜਿਹੜਾ ਪਾਣੀ ਪੁਰਾਣਾ ਹੁਣ ਦਾ ਪਾਣੀ ਮਿਲ ਰਿਹਾ ਉਹਦੇ ਵਰਤਣ ਨਹੀਂ ਰਹੇ। ਹਾਂਜੀ, ਹੁਣ ਮੈਨੂੰ ਇਹ ਨਾ ਪਤਾ ਹੈ ਵੀ ਮੇਰੇ ਆਪਣੇ ਇਲਾਕੇ 'ਚ ਘੱਟ ਤੋਂ ਘੱਟ 20 ਪਿੰਡਾਂ ਨੂੰ ਤਾਂ ਮੈਂ ਨਾਂ ਲੈ ਸਕਦਾ ਇੱਥੇ ਬੈਠਾ ਵੀ, ਜਿਹਨਾਂ ਪਾਣੀ ਨਹਿਰ ਦਾ ਵਰਤਣਾ ਹੀ ਛੱਡ ਦਿੱਤਾ। ਉਹੀ ਹੈ ਨਾ ਵੀ ਕਿਹੜਾ ਜਾਵੇ, ਉਹ ਕਿੰਨਾ ਵਧੀਆ ਪਾਣੀ ਸੀ, ਉਹਦੇ ਨਿਰੀ ਖਾਦ ਸੀ। ਕੁਝ ਇਸ ਤਰ੍ਹਾਂ ਵੀ ਤਾਂ ਨਹੀਂ ਹੈਗਾ ਪਾਣੀ ਨਹਿਰਾਂ 'ਚ ਕੁਛ ਘੱਟ ਵੀ ਗਿਆ? ਇਹ ਥੋੜ੍ਹਾ ਫੈਕਟ ਹੈ ਜੀ, ਇਹ ਥੋੜ੍ਹਾ ਫੈਕਟ ਹੈ। ਬਹੁਤਾ ਕੀ ਆ, ਲੋਕਾਂ ਦੇ ਜੀ ਉਹ ਜ਼ਮੀਨਾਂ ਗਈਆਂ ਨਾ ਘੱਟ, ਉਹਨੇ ਮੇਰੀ 15 ਮਿੰਟ ਵਾਰੀ ਹੀ ਐਵੇਂ ਮੈਂ ਖਪਦਾ ਰਹਿਣਾ, ਮੈਨੂੰ ਮੈਂ ਬਚ ਜਾਂਦਾ। ਹਾਂ ਜੀ, ਮੈਂ ਉਹ ਉਹਦਾ ਨਹਿਰਾਂ ਦੇ ਪਾਣੀ ਦੀ ਗੱਲ ਸੁਣਾਉਣਾ। ਮੇਰੇ ਫਾਦਰ ਨੇ ਕਹਿਣਾ ਜਿੰਨੀ ਫਸਲ ਸਾਡੇ ਵਤਨ 'ਚ ਹੁੰਦੀ ਸੀ ਨਾ, ਸਾਡੇ ਇਲਾਕੇ 'ਚ ਹੁੰਦੀ ਸੀ, ਉਨੀ ਫਸਲ ਤਾਂ ਇੱਥੇ ਹੁੰਦੀ ਹੀ ਨਹੀਂ। ਅਤੇ ਅਸੀਂ ਉਹ ਵੇਖਣਾ ਕਮਾਦ ਕੋਠੇ ਨਾਲ ਲੱਗਾ, ਅਤੇ ਮੈਂ ਕਿਹਾ ਪਾਪਾ ਜੀ ਐਵੇਂ ਹਰ ਵਾਰ ਇਹੋ ਗੱਲ ਕਰੀ ਜਾਂਦੇ ਆ, ਉੱਧਰ ਬੜੀ ਫਸਲ ਸੀ, ਉੱਧਰ ਬੜੀ, ਇਹ ਤੋਂ ਵੱਡਾ ਕਮਾਦ ਕਿੱਥੇ ਹੋ ਰਿਹਾ। ਇੰਸੀਡੈਂਟਲੀ ਜਦੋਂ ਮੈਂ ਆਪਣੇ ਪਿੰਡ ਗਿਆ ਨਾ 2005 'ਚ, ਅਤੇ ਜਿਹੜਾ ਮੇਰੇ ਪਿੰਡ ਦਾ ਕਮਾਦ ਸੀ ਨਾ, ਉਹਨਾਂ ਜੋੜਾ ਕਮਾਦ ਮੈਂ ਵੇਖਿਆ, ਅਤੇ ਮੈਂ ਕਿਹਾ ਯਾਰ, ਮੈਂ ਕਿਹਾ ਪਾਪੇ ਉਹਨੇ ਠੀਕ ਹੀ ਵਿਚਾਰੇ ਆਉਂਦੇ ਹਨ, ਮੈਂ ਹੀ ਨਹੀਂ ਮੰਨਦਾ ਹੁੰਦਾ। ਅਤੇ ਮੈਂ ਪੁੱਛਿਆ ਉੱਥੋਂ ਦੇ ਲੋਕਾਂ ਨੂੰ, ਮੈਂ ਕਿਹਾ ਯਾਰ ਤੁਹਾਡੇ ਟਿਊਬਵੈੱਲ ਕਿੰਨੇ ਗਏ ਆ? ਉਹਦੇ ਸਾਡੇ ਬਿਜਲੀ ਆਉਂਦੀ ਹੈ ਜੀ। ਉਹ ਨਹਿਰਾਂ ਦੇ ਪਾਣੀ ਦੀ ਇੰਨੀ ਬਰਕਤ ਸੀ, ਜਿੰਨੀਆਂ 12 ਹੋਈਆਂ ਸੀ ਨਾ ਡਿਵੈਲਪ, ਉਹ ਸਿਰਫ ਨਹਿਰਾਂ ਦੀ ਵਜ੍ਹਾ ਕਰਕੇ ਹੋਈਆਂ ਸੀ। ਉਹਦੇ ਪਹਾੜਾ ਆਉਂਦੀ ਹੈ, ਉੱਥੇ ਰੂੜੀ ਪਾਉਣ ਦੀ ਲੋੜ ਨਹੀਂ ਪੈਂਦੀ। ਅਤੇ ਉਹ ਹੁਣ ਆਪਾਂ ਪਾਣੀ ਲੋੜਦੇ ਆ ਵੀ ਉਹ ਜਿੱਦਾਂ ਵੀ ਥੋੜ੍ਹਾ ਆ ਬਹੁਤਾ ਆ, ਉਹਦੇ ਕੁਛ ਇਹ ਤਾਂ ਵੀ ਕੋਈ ਸਿਸਟਮ ਨਹੀਂ ਹੋ ਸਕਦਾ। ਜੇ ਕੋਈ ਨਹੀਂ ਫਾਰਮਰ ਲੈਣਾ ਚਾਹੁੰਦਾ ਲਿਖ ਕੇ ਦੇ, ਮੈਂ ਨਹੀਂ ਲੈਣਾ, ਜਿਹੜੇ ਲੈਣਾ ਚਾਹੁੰਦੇ ਉਹਨਾਂ ਨੂੰ ਤਾਂ ਦੇਣ। ਨਹਿਰਾਂ ਦਾ ਬੜੀ ਵੇਸਟ ਕਿਉਂ ਜਾਏ? ਇਹ ਤਾਂ ਸੋਚਣ ਦੀ ਵੇਸਟ ਹੈ। ਅੱਪਰ ਬਾਰੀ ਦੁਆਬ ਜਿਹੜੀ ਨਹਿਰ ਹੈ, ਇਹਦਾ ਪਾਣੀ ਤੇ ਰਾਜਸਥਾਨ ਨੂੰ ਨਹੀਂ ਜਾਂਦਾ ਨਾ। ਨਹੀਂ, ਇਹਦਾ ਨਹੀਂ ਜਾਂਦਾ। ਤੇ ਇਹਦਾ ਤੇ ਕਿੰਨੇ ਕੁ ਲੋਕ ਇਹ ਪਾਣੀ ਵਰਤਦੇ ਆ? ਅੱਪਰ ਬਾਰੀ ਦਾ ਨਹੀਂ ਜਾਂਦਾ, ਅੱਪਰ ਬਾਰੀ ਦਾ ਤੇ ਲਾਹੌਰ ਜਾਂਦਾ, ਹਟ ਗਿਆ ਹੁਣ। ਪਰ ਇਹ ਪਾਣੀ ਬੜਾ ਯੂਜ਼ਫੁਲ, ਇਹ ਨਹੀਂ ਸਾਰਾ ਹੀ ਪਾਣੀ ਜਿੰਨੇ ਵੀ ਨਹਿਰਾਂ ਦੇ ਪਾਣੀ, ਕਿਉਂਕਿ ਇਹਨਾਂ 'ਚ ਉਹ ਭਾਲ ਹੁੰਦੀ ਆ, ਪੱਥਰ ਖੁਰ ਕੇ ਆਉਂਦਾ, ਇਹਨੂੰ ਅਸੀਂ ਵਰਤ ਨਹੀਂ ਰਹੇ। ਇਹ ਸਾਰੇ ਪੰਜਾਬ 'ਚ ਟ੍ਰੈਂਡ ਚੱਲ ਗਿਆ, ਇਹ ਗਲਤ ਟ੍ਰੈਂਡ ਆ। ਇਹਨੂੰ ਜਿਹੜਾ ਨਾ, ਇਹ ਨਹੀਂ ਵੀ ਇਹਦਾ ਕੋਈ ਸਲਿਊਸ਼ਨ ਨਹੀਂ ਹੈਗਾ। ਜਿੱਦਾਂ ਮੈਂ ਪਹਿਲਾਂ ਆਪਾਂ ਗੱਲ ਕੀਤੀ ਆ, ਇਹਦਾ ਮਤਲਬ ਇਹ ਨਹੀਂ ਵੀ ਪੰਜਾਬ 'ਚ ਫਲ ਨਹੀਂ ਹੋ ਸਕਦੇ, ਸਬਜ਼ੀਆਂ ਨਹੀਂ ਹੋ ਸਕਦੀਆਂ, ਜਿੱਦਾਂ ਇਹ ਦੱਸ ਰਹੇ ਆ ਕਿ ਸਾਡੇ ਫਲ ਵੀ ਬਾਹਰੋਂ ਆਉਣ ਲੱਗ ਪਏ।
ਹੈ ਜੀ। ਸਬਜ਼ੀਆਂ ਵੀ ਬਾਹਰੋਂ ਆਉਣੀਆਂ, ਗੰਢੇ ਵੀ ਬਾਹਰੋਂ ਆਉਣ ਲੱਗ ਪਏ, ਮਟਰ ਵੀ ਬਾਹਰੋਂ ਆਉਣ ਲੱਗ ਪਏ, ਅਤੇ ਫਿਰ ਸਾਡੀ ਪੰਜਾਬ ਡੋਮੀਨੈਂਟ ਖੇਤੀ ਵਾਲਾ ਕਿੱਥੋਂ ਰਹਿ ਗਿਆ। ਸੋ ਇੱਦਾਂ ਹੀ ਜੇ ਪੰਜਾਬ ਦੇ ਵਿੱਚ ਵੀ ਆਪਾਂ ਨਹਿਰਾਂ ਦਾ ਇੰਤਜ਼ਾਮ ਨਹੀਂ ਕਰ ਸਕਦੇ, ਇਹ ਕਰਨਾ ਤਾਂ ਇੰਤਜ਼ਾਮ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦਾ ਕੰਮ ਹੈ, ਇਹ ਨਹੀਂ ਵੀ ਹੋ ਨਹੀਂ ਸਕਦਾ, ਹੋ ਸਕਦਾ।